मन एक जे दृढ़ चित कीजै रे। जन्म जन्म के पाप कर्म के काटन हारा लीजै रे। ये जन्मां जन्मां दे जिहड़े पाप ने ਉਹਨੂੰ ਪਰਮੇਸ਼ਰ ਜੀ ਕੱਟ ਦਿੰਦੇ ਹਨ, ਦੂਰ ਕਰ ਦਿੰਦੇ ਹਨ। ਜਿਨ੍ਹਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦਾ ਤਰਸ ਹੋ ਜਾਂਦਾ ਹੈ। ਤਰਸ ਤੋਂ ਬਿਨਾਂ ਕੋਈ ਵੀ ਵਸਤੂ ਪ੍ਰਾਪਤ ਨਹੀਂ ਹੁੰਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਜੋ ਆਪ ਜੀ ਰੋਜ਼ਾਨਾ ਹੀ ਸਰਵਣ ਕਰਦੇ ਹੋ, ਮਹਾਰਾਜ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖਣ ਆਪ ਹੀ ਕਰਾ ਦਿੰਦੇ ਹਨ। ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਵਡਿਆਈ ਹੈ, ਅਚਰਜ ਸੋਭਾ ਹੈ। ਸੋ ਮਹਾਰਾਜ ਕਿਰਪਾ ਕਰਦੇ ਹਨ। ਸ੍ਰੀ ਰਾਗ ਮਹੱਲਾ ਤੀਜਾ। ਸ੍ਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਆਪ ਵੀ ਬੜੀ ਕਠਿਨ ਤਪੱਸਿਆ ਕੀਤੀ ਹੈ, ਬੜੀ ਕਰੜੀ ਕਮਾਈ ਕੀਤੀ ਹੈ। ਇੱਕ ਵਾਰ ਇੱਕ ਫਕੀਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ। ਹਜ਼ੂਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਉਹਨੇ ਪੁੱਛਿਆ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਹਨ ਤੇ ਗੁਰੂ ਸਾਹਿਬ ਕਿੱਥੇ ਮਿਲਣਗੇ। ਸੋ ਪਾਤਸ਼ਾਹ ਮਹਾਰਾਜ ਜੀ ਦੇ ਸੇਵਕਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਤਾਂ ਤਪੱਸਿਆ ਕਰ ਰਹੇ ਹਨ, ਸ਼ਬਦ ਦੀ ਕਮਾਈ ਕਰ ਰਹੇ ਹਨ। ਤੇ ਉਹ ਹੱਸ ਪਿਆ। ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ, ਗੁਰੂ ਸਾਹਿਬ ਜੀ ਦੇ ਸਨਮੁਖ ਹੋਇਆ ਤੇ ਪੁੱਛਣ ਲੱਗਾ, ਗੁਰੂ ਅਮਰਦਾਸ ਜੀ, ਮੈਂ ਤੇ ਤੁਹਾਡੇ ਤੋਂ ਹੈਰਾਨ ਹੋਇਆ। ਮਹਾਰਾਜ ਕਹਿੰਦੇ, ਕਿਸ ਗੱਲੋਂ? ਕਹਿੰਦੇ ਵੀ ਤੁਸੀਂ ਗੁਰਤਾ ਗੱਦੀ ਤੇ ਬੈਠ ਗਏ ਹੋ। ਇਤਨੀ ਵੱਡੀ ਗੁਰੂ ਨਾਨਕ ਦੀ ਬਖਸ਼ਿਸ਼ ਤੁਹਾਡੇ ਉੱਪਰ ਵਰਸ ਗਈ ਹੈ, ਤੁਸੀਂ ਅਜੇ ਵੀ ਪਾਠ ਕਰੀ ਜਾਂਦੇ ਹੋ। ਆਖੋ ਸਤਿਨਾਮ ਸ੍ਰੀ। ਵੀ ਅਸੀਂ ਤੇ ਉਹਨਾਂ ਕੁ ਚਿਰ ਪਾਠ ਕਰੀਦਾ ਸੇਵਾ ਜਿੰਨਾ ਚਿਰ ਸਾਡਾ ਕੋਈ ਮਨੋਰਥ ਹੈ। ਉਹ ਮਨੋਰਥ ਜਦੋਂ ਪੂਰਾ ਹੋ ਗਿਆ ਫਿਰ ਅਸੀਂ ਛੱਡ ਦੇਣਾ ਹੈ। ਤੁਹਾਡੇ ਤਾਂ ਸਾਰੇ ਮਨੋਰਥ ਪੂਰੇ ਹੋ ਗਏ ਤੇ ਤੁਸੀਂ ਅਜੇ ਵੀ ਬਿਰਧ ਅਵਸਥਾ ਦੇ ਵਿੱਚ ਵੀ ਜਾਪ ਕਰੀ ਜਾਂਦੇ। ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਦੀਨਾ ਬੰਧੂ ਗਰੀਬ ਨਵਾਜ ਜੀ ਨੇ ਮਹਾਨ ਕਿਰਪਾ ਕੀਤੀ। ਮਹਾਰਾਜ ਕਹਿੰਦੇ, ਦੇਖ ਭਾਈ, ਕਿ ਛੋਟੀ ਜੀ ਮਿਸ਼ਰੀ ਕੀੜੀ ਨੂੰ ਮਿਸ਼ਰੀ ਦਾ ਵੱਡਾ ਸਾਰਾ ਪਹਾੜ ਮਿਲ ਜਾਵੇ ਤੇ ਕੀ ਉਹਨੂੰ ਛੱਡ ਦੇਵੇਗੀ? ਨਹੀਂ ਮਹਾਰਾਜ। ਸੋ ਇਸ ਕਰਕੇ ਕਹਿੰਦੇ ਫਿਰ ਥੋੜਾ ਥੋੜਾ ਕਰਕੇ ਰੋਜ਼ ਛਕੀ ਜਾਵੇਗੀ। ਇਸੇ ਤਰ੍ਹਾਂ ਅਸੀਂ ਵੀ ਉਹ ਖਜ਼ਾਨਾ ਲੱਭ ਲਿਆ ਹੈ, ਜਿਸ ਖਜ਼ਾਨੇ ਨੂੰ ਛਕਿਆ ਰਸ ਆਉਂਦਾ ਹੈ, ਸਕੂਨ ਆਉਂਦਾ ਹੈ, ਆਨੰਦ ਆਉਂਦਾ ਹੈ, ਤ੍ਰਿਪਤੀ ਮਿਲਦੀ ਹੈ, ਸੱਚ ਪਤਾ ਲੱਗਦਾ ਹੈ, ਸੰਤੋਖ ਮਿਲਦਾ ਹੈ, ਧੀਰਜ ਮਿਲਦਾ ਹੈ, ਦਇਆ ਮਿਲਦੀ ਹੈ। ਇਹਨਾਂ ਸਾਰੀਆਂ ਬਖਸ਼ਿਸ਼ਾਂ ਦੀ ਪ੍ਰਾਪਤੀ ਨਾਮ ਵਿੱਚ ਹੁੰਦੀ ਹੈ। ਇਸ ਕਰਕੇ ਅਸੀਂ ਇਸ ਖਜ਼ਾਨੇ ਨੂੰ ਕਦਾਚਿਤ ਛੱਡਣਾ ਨਹੀਂ ਚਾਹੁੰਦੇ, ਕਿਉਂਕਿ ਇਸ ਨਾਮ ਦੀ ਬਰਕਤ ਨਾਲ ਸਾਨੂੰ ਗੁਰੂ ਅੰਗਦ ਸਾਹਿਬ ਜੀ ਪ੍ਰਾਪਤ ਹੋਏ। ਇਸ ਨਾਮ ਦੀ ਬਰਕਤ ਦੇ ਨਾਲ ਸਾਨੂੰ ਸਿੱਧੀ ਰਿੱਧੀ ਮੁਕਤੀ ਪ੍ਰਾਪਤ ਹੋਈ ਹੈ। ਪ੍ਰਭੂ ਕੈ ਸਿਮਰਨ ਰਿੱਧ ਸਿੱਧ ਨੌ ਨਿਤ, ਪ੍ਰਭੂ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਕੈ ਸਿਮਰਨ ਜਪ ਤਪ ਪੂਜਾ, ਪ੍ਰਭੂ ਕੈ ਸਿਮਰਨ ਬਿਨਸੈ ਦੂਜਾ। ਕਹਿੰਦੇ ਬਿਨਸ ਜਾਂਦਾ ਹੈ। ਪਰਮੇਸ਼ਰ ਦੇ ਸਿਮਰਨ 'ਚ ਇੰਨੀ ਤਾਕਤ ਹੈ
ਦੂਜੇ ਪਾਸੇ ਫਿਰ ਮਨ ਜਾਂਦਾ ਹੀ ਨਹੀਂ ਹੈ, ਇਕਾਗਰ ਹੋ ਜਾਂਦਾ ਹੈ, ਇੱਕ ਚਿੱਤ ਹੋ ਜਾਂਦਾ ਹੈ, ਸਦਾ ਸਦਾ ਹੀ ਪਰਮੇਸ਼ਰ ਇੱਕ ਚਿੱਤ ਹੋ ਜਾਂਦਾ ਹੈ। ਜੋ ਗੁਰੂ ਮਹਾਰਾਜ ਜੀ ਦੀਆਂ ਬੇਅੰਤ ਹੀ ਬਖਸ਼ਿਸ਼ਾਂ ਵਡਿਆਈਆਂ ਨੇ, ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਰਹੀ ਹੈ। ਕਹਿੰਦੇ ਸੱਚਾ ਸਾਹਿਬ ਸੇਵੀਐ, ਸੱਚ ਵਡਿਆਈ ਦੇ। ਕਹਿੰਦੇ ਸੱਚੇ ਸਾਹਿਬ ਦੀ ਸੇਵਾ ਕਰੀ, ਜਿਤਨੀ ਵੀ ਹੋ ਸਕੇ ਉਹਨੂੰ ਸੇਵੀ। ਸੇਵਨਾ ਕੀ ਹੈ? ਸ਼ਬਦ ਦੀ ਕਮਾਈ ਕਰਨੀ, ਉਹਦੇ ਦੱਸੇ ਹੋਏ ਕਾਰਜ ਜਿਹੜੇ ਨੇ ਉਹਨਾਂ ਤੇ ਚੱਲਣਾ। ਉੱਤੇ ਚੱਲਿਆ ਨਹੀਂ ਜਾਂਦਾ, ਹੈਨ ਵਿਰਲੇ ਨਾ ਹੀ ਕਣੇ, ਫੈਲ ਫਕੜ ਸੰਸਾਰ। ਨਾਨਕ ਲੱਗੀ ਤੁਰ ਮਰੈ ਜੀਵਨ ਨਾ ਹੀ ਤਾਣ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਸੇਵਾ ਥੋੜ੍ਹੇ ਥੋੜ੍ਹੇ ਜੀਵ ਕਰ ਰਹੇ ਹਨ। ਸੇਵਾ ਵੀ ਕਈ ਤਰ੍ਹਾਂ ਦੀ ਹੈ। ਅਸੀਂ ਮਹਾਰਾਜ ਨੇ ਕਹਿ ਦਿੱਤਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਹੁਣ ਸੇਵਾ ਤਾਂ ਕੋਈ ਉੱਦਾਂ ਨਹੀਂ ਕਰਦਾ, ਤੇ ਮਹਾਰਾਜ ਕਹਿ ਰਹੇ ਚਿੱਤ ਲਾ ਕੇ ਕਰੇ। ਚਿੱਤ ਲਾ ਕੇ ਕੌਣ ਕਰੂ? ਸੇਵਾ ਤਾਂ ਆਪਣੀ ਆਪ ਦੀ ਨਹੀਂ ਹੋ ਰਹੀ। ਆਪਣਾ ਜੋੜਾ ਜਿਹੜਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਵੀ ਕੋਈ ਸਾਫ਼ ਕਰ ਦੇ। ਆਪਣੇ ਬਸਤਰ ਹੈ ਆਪਦੇ ਮੈਲ ਦੇ ਭਰੇ, ਇਹ ਵੀ ਆਪਾਂ ਦੂਜੇ ਵੱਲ ਵੇਖਣੇ ਕਿ ਕੋਈ ਮੰਮੀ ਧੋ ਦੇ ਜਾਂ ਕੋਈ ਹੋਰ ਰਿਸ਼ਤੇਦਾਰ ਧੋ ਦੇਣ। ਆਪਣੇ ਪ੍ਰਸ਼ਾਦੇ ਵਾਲੀ ਥਾਲੀ ਹੈ, ਉਹ ਵੀ ਆਪਾਂ ਦੂਜੇ 'ਤੇ ਨਿਰਭਰ ਕਰਦੇ ਹਾਂ ਕਿ ਕੋਈ ਹੋਰ ਹੀ ਚੱਕ ਲੈ। ਆਟਾ ਕੋਈ ਹੋਰ ਗੁੰਨ ਦੇ, ਪ੍ਰਸ਼ਾਦਾ ਕੋਈ ਹੋਰ ਪਕਾ ਦੇ। ਸਾਰੀਆਂ ਚੀਜ਼ਾਂ ਦਾ ਸੁੱਖ ਤੇ ਭਾਲਦਾ ਤੂੰ ਦੂਜਿਆਂ ਕੋਲੋਂ, ਤੇ ਉੱਤੋਂ ਤੂੰ ਬਹੁਤ ਗਿਆਨੀ ਹੈ। ਆਖੋ ਸਤਿਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਤਰਸ ਨਹੀਂ ਆਉਂਦਾ। ਉਹ ਵੀ ਤਾਂ ਜੀ ਹੈ ਜਿਹੜੇ ਵਿਚਾਰੇ ਚਾਕਰੀ ਕਰਦੇ ਆ। ਤੇਰੇ ਹੱਥਾਂ ਨੂੰ ਕੀ ਹੋਇਆ ਹੈ? ਤੇਰੇ ਤੋਂ ਕੁਛ ਨਹੀਂ ਹੁੰਦਾ, ਤੂੰ ਚੌਧਰ ਜਗਾਉਣਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇਵਾ ਵੀ ਕਈ ਤਰ੍ਹਾਂ ਦੀ ਹੈ। ਮਹਾਂਪੁਰਖ ਕਹਿੰਦੇ ਹੁੰਦੇ ਜਿਸ ਬੱਚੇ ਨੇ ਸਵੇਰੇ ਉੱਠ ਕੇ ਆਪਣੇ ਮਾਂ ਪਿਓ ਦੇ ਹੱਥ ਨਹੀਂ ਪੈਰੀ ਲਾਇਆ, ਉਹਦਾ ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਇਹ ਵੀ ਵੱਡੀ ਬਖਸ਼ਿਸ਼ ਹੈ। ਜਿਹਦੇ ਘਰ ਪਸ਼ੂ ਭੁੱਖੇ ਹਨ, ਉਹਦਾ ਗੁਰਦੁਆਰੇ ਪ੍ਰਸ਼ਾਦਾ ਛਕਾਉਣ ਦਾ ਕੋਈ ਫਾਇਦਾ ਨਹੀਂ ਹੈ। ਭਾਵ ਸ਼ੁਰੂਆਤ ਆਪਣੇ ਤੋਂ ਕਰਨੀ ਪੈਣੀ ਹੈ। ਜਿਹੜਾ ਘਰ ਦੇ ਵਿੱਚ 24 ਘੰਟੇ ਮੰਦਾ ਬੋਲਦਾ, ਗੁਰਦੁਆਰੇ ਉਹਦਾ ਜੀ ਕਹਿਣ ਦਾ ਕੋਈ ਫਾਇਦਾ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ, ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇੱਕ ਤਾਂ ਸੇਵਾ ਉੱਦਾਂ ਹੀ ਨਹੀਂ ਹੁੰਦੀ। ਹੁਣ ਮਹਾਰਾਜ ਨੇ ਕਹਿਤਾ ਚਿੱਤ ਲਾ ਕੇ ਕਰੀ। ਚਿੱਤ ਕਿੱਥੋਂ ਲੱਗਦਾ? ਚਿੱਤ ਬਹੁਤ ਘੱਟ ਲੱਗਦਾ। ਬੱਧਾ ਚੱਟੀ ਆ ਜੋ ਕਰੇ ਨਾ ਗੁਣ ਨਾ ਉਪਕਾਰ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਫਿਰ ਵੀ ਤਰਸ ਆ। ਇਹ ਸਾਨੂੰ ਮਹਾਰਾਜ ਜੀ ਇਹ ਪਿਆਰ ਦੇ ਕੇ ਨਵਾਜਦੇ ਹਨ, ਆਪਣੇ ਚਰਨਾਂ ਕਮਲਾਂ ਦਾ ਸਹਾਰਾ ਦਿੰਦੇ ਹਨ। ਇਹ ਬਖਸ਼ਿਸ਼ਾਂ ਸਾਡੀ ਝੋਲੀ 'ਚ ਪਾਉਂਦੇ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚਾ ਸਾਹਿਬ ਸੇਵੀ ਹੈ, ਸੱਚ ਵਡਿਆਈ ਦੇ। ਕਹਿੰਦੇ ਸੱਚੀ ਵਡਿਆਈ ਹੈ ਇਹ ਪਰਮੇਸ਼ਰ ਹੀ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਤੇ ਨਾ ਕਿਸੇ ਦੇ ਹੱਥ ਦੇ ਵਿੱਚ ਹੈ ਹੀ ਆ ਵੀ ਕੋਈ ਤੈਨੂੰ ਦੇ ਸਕੇ। ਸੋ ਮਹਾਰਾਜ ਹੀ ਐਸੀ ਕਿਰਪਾ ਕਰਦੇ ਹਨ। ਇਹ ਵਡਿਆਈ ਵੀ ਉਹਨੇ ਦੇਣੀ ਹੈ। ਹੁਣ ਕਈ ਬੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਦਰਬਾਰ, ਉੱਥੇ ਇੱਕ ਜਗਿਆਸੂ ਆਇਆ। ਮਹਾਰਾਜ ਤਖਤ 'ਤੇ ਸਜੇ, ਸੰਗਤਾਂ ਦੀਦਾਰ ਕਰ ਰਹੀਆਂ। ਚੌਰ ਮਰਦਾਰ ਚੌਰ ਕਰ ਰਿਹਾ, ਬੜਾ ਆਨੰਦ ਵੱਜਿਆ ਹੈ, ਸ਼ਾਂਤਮਈ ਦਰਬਾਰ ਹੈ। ਤੇ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ ਪਾਤਸ਼ਾਹ ਅੱਜ ਤੁਹਾਡੇ ਤੋਂ ਕੁਛ ਮੰਗਣਾ ਹੈ। ਹਜ਼ੂਰ ਕਹਿੰਦੇ ਮੰਗ ਭਾਈ। ਕਹਿੰਦੇ ਮਹਾਰਾਜ ਜੀ ਮੈਂ ਸਾਰਿਆਂ ਦਾ ਭਲਾ ਕਰਦਾ, ਸੇਵਾ ਵੀ ਕਰਦਾ, ਦਾਨ ਪੁੰਨ ਵੀ ਕਰਦਾ, ਨੇਕੀ ਦੇ ਕੰਮ ਵੀ ਕਰਦਾ ਹਾਂ, ਪਰ ਮੇਰੇ ਨਾਲ ਕੋਈ ਸਾਥ ਨਹੀਂ ਦਿੰਦਾ। ਪਰ ਕਹਿੰਦੇ ਕੈਸਾ ਸਾਥ ਚਾਹੀਦਾ ਤੈਨੂੰ? ਕਹਿੰਦੇ ਜੀ ਮੇਰੀ ਕੋਈ ਵਾਹ ਨਹੀਂ ਕਰਦਾ ਹੈ, ਭਾਵ ਮੇਰੇ ਕੋਈ ਕਦਰ ਨਹੀਂ ਕਰਦਾ ਇਤਨੇ ਕੀਤੇ ਦੀ। ਇਸ ਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਤੂੰ ਕਦਰ ਕਰਾ ਕੇ ਕੀ ਲੈਣੀ ਹੈ?
ਕਹਿੰਦੇ ਮਹਾਰਾਜ ਥੋੜਾ ਜਿਹਾ ਹੌਸਲਾ ਜਿਹਾ ਤੇ ਹੋ ਜਾਂਦਾ ਜਦੋਂ ਕੋਈ ਕਹਿ ਦੇ ਵੀ ਬੜਾ ਵੱਡਾ ਸੇਵਾਦਾਰ ਹੈ, ਬੜਾ ਵੱਡਾ ਮਹਾਂਪੁਰਖ ਹੈ, ਬੜੀ ਭਗਤੀ ਹੈ, ਥੋੜਾ ਜਿਹਾ ਆਸਰਾ ਜਿਹਾ ਮਿਲ ਜਾਂਦਾ ਸ਼ਬਦਾਂ ਦਾ। ਮਹਾਰਾਜ ਹੱਸ ਕੇ ਕਹਿੰਦੇ ਜੇ ਕੋ ਆਪਣੀ ਹਉਮੈ ਸੂਰੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੀ ਹਉਮੈ ਸੂਰੈ। ਮਹਾਰਾਜ ਕਹਿੰਦੇ ਤੂੰ ਸੰਗਤ ਵਿੱਚ ਜਾ ਕੇ ਹਉਮੈ ਆ ਤੇ ਸੋਭਾ ਤੇ ਤਾਂ ਹੋਣੀ ਜੇ ਹਉਮੈ ਛੱਡੇਗਾ। ਇਹਨੂੰ ਛੱਡਣਾ ਪਵੇਗਾ ਤੇ ਉਹ ਤੂੰ ਛੱਡਣ ਲਈ ਤਿਆਰ ਨਹੀਂ। ਹਰ ਬੰਦਾ ਤੇ ਹਉਮੈ ਦਾ ਭਰਿਆ ਪਿਆ, ਕੋਈ ਵੀ ਛੱਡ ਕੇ ਪਿਆਰ ਨਹੀਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਦਾਤੇ ਨੇ, ਰਹਿਮਤ ਕਰਦੇ ਹਨ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਸ੍ਰੀ ਰਾਗ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇ। ਸੱਚੇ ਸਾਹਿਬ ਥਿਰ ਰਹਿਣ ਵਾਲੇ ਮਾਲਕ ਨੂੰ ਸਿਮਰਿਆ ਕਰ। ਜਿੰਨਾ ਵੀ ਸਮਾਂ ਨਿਕਲਦਾ ਤੇਰੇ ਤੋਂ ਓਨਾ ਹੀ ਬੈਠ ਕੇ ਇਕਾਗਰ ਚਿੱਤ ਹੋ ਕੇ ਉਸ ਪ੍ਰਭੂ ਪਰਮੇਸ਼ਰ ਨੂੰ, ਉਸ ਸ੍ਰਿਸ਼ਟੀ ਦੇ ਮਾਲਕ ਜਿਤਨਾ ਵੀ ਹੋ ਸਕੇ ਸੇਵਾ, ਉਹਦੀ ਸੇਵਾ ਹੀ ਤੇਰਾ ਭਲਾ ਹੈ। ਤੇ ਮਹਾਰਾਜ ਕਹਿੰਦੇ ਫਿਰ ਕੀ ਹੋਇਆ, ਸੱਚ ਵਡਿਆਈ ਦੇ ਸਦਾ ਥਿਰ ਰਹਿਣ ਵਾਲੀ ਇੱਜ਼ਤ ਮਿਲੂ। ਉਹ ਇੱਜ਼ਤ ਕੀ ਕਰਨੀ ਜਿਹੜੀ 4 ਦਿਨ ਮਿਲੇ ਤੇ ਮੁੜ ਕੇ ਬੇਇੱਜ਼ਤੀ ਹੋਵੇ। ਉਹੋ ਹੀ ਬੰਦਾ ਹੁੰਦਾ ਜਦੋਂ ਕਮਾਉਂਦਾ ਵਾ ਤੇ ਬੱਚੇ ਪਾਪਾ ਜੀ, ਅੰਕਲ ਜੀ, ਮਾਮਾ ਜੀ, ਜਦੋਂ ਮੰਜੀ ਤੇ ਬਹਿ ਜਾਂਦਾ ਉਦੋਂ ਕਹਿੰਦੇ ਕੰਜਰ ਜੀ, ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਕਹਿੰਦੇ ਦੁਨੀਆ ਤੇ ਥੋੜੇ ਚਿਰ ਦੀ ਇੱਜ਼ਤ ਹੈ ਤੇਰੀ। ਅੱਜ ਤੇਰੇ ਕੋਲ ਕੁਰਸੀ ਆ, ਤੇਰੇ ਕੋਲ ਪਾਵਰ ਹੈ, ਲੋਕੀ ਤੇਰੇ ਪੈਰੀ ਹੱਥ ਲਾਉਂਦੇ, ਲੋਕੀ ਤੈਨੂੰ ਮੱਥਾ ਟੇਕਦੇ, ਤੇਰਾ ਸਤਿਕਾਰ ਕਰਦੇ ਹੈ। ਜਿੱਦਣ ਤੇਰੇ ਕੋਲੋਂ ਕੁਰਸੀ ਚਲੇਗੀ ਤੈਨੂੰ ਕਿਸੇ ਪਾਣੀ ਦੀ ਘੁੱਟ ਨਹੀਂ ਪਿਆਉਣੀ। ਸਮੇਂ ਵੀ ਨਾਲ ਹੀ ਬਦਲ ਜਾਣੇ ਆ। ਸਲੂਟ ਜਿਹੜੇ ਵੱਜਦੇ ਸੀ ਉਹਨਾਂ ਅੱਖਾਂ ਕੱਢਣੀਆਂ, ਕਿਉਂਕਿ ਤੇਰੇ ਕੋਲ ਸਦਾ ਨਹੀਂ ਰਹੀ। ਇਸ ਕਰਕੇ ਸਦਾ ਧਾਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਦਾ ਚਿੱਤ ਸਿਮਰਨ ਕਰਿਆ ਕਰ, ਪ੍ਰਭੂ ਤੈਨੂੰ ਐਸੀ ਇੱਜ਼ਤ ਦੇਵੇਗਾ ਸੱਚ ਵਡਿਆਈ ਦੇ। ਸਦਾ ਥਿਰ ਰਹਿਣ ਵਾਲੀ ਉਹ ਵਡਿਆਈ ਫਿਰ ਕਦੇ ਦੂਰ ਨਹੀਂ ਹੁੰਦੀ, ਉਹ ਕਦੇ ਖਤਮ ਨਹੀਂ ਹੋਊਗੀ। ਆ ਦੁਨੀਆ ਦੀ ਵਡਿਆਈ ਜਿਹੜੀ ਹੈ ਮੁੱਕ ਜਾਣੀ ਹੈ। ਅੱਜ ਤੱਕ ਤੇ ਕਥਾ ਕਰਦੇ ਆ ਗਿਆਨੀ ਜੀ, ਸਿੰਘ ਸਾਹਿਬ ਜੀ, ਬਾਬਾ ਜੀ, ਤੇ ਇਹ ਸੇਵਾ ਛੱਡ ਦਈਏ, ਕਿਸੇ ਨੇ ਬੁਲਾਉਣਾ ਨਹੀਂ, ਕਿਸੇ ਨੇ ਪਾਣੀ ਦੀ ਘੁੱਟ ਨਹੀਂ ਦੇਣੀ। ਇਹ ਕਿਹਨੂੰ ਗੁਰੂ ਸਾਹਿਬ ਦੀ ਗੋਦੀ ਨੂੰ ਸਤਿਕਾਰ ਹੋ ਰਿਹਾ। ਕੋਈ ਮੰਗਤਾ ਬਣ ਜੀ ਮੇਰੇ ਵਰਗਾ 10 ਰੁਪਈਏ ਨਹੀਂ ਕਿਸੇ ਨੇ ਦੇਣੇ, ਤਰਲੇ ਲੈ ਕੇ ਮਰ ਜਾਗੇ, ਦਿਓ ਦਿਓ ਰੱਬ ਦੇ ਨਾਂ ਤੇ। ਲੈ ਕਥਾ ਕੀਰਤਨ ਕਰਨ ਬਹਿ ਜਾ, ਵਾਧੂ ਦੇ ਦਿੰਦੇ ਆਪੋ ਸਤਿਨਾਮ। ਇਹ ਕਿਉਂ ਹੋ ਰਿਹਾ ਹੈ? ਪਰਮੇਸ਼ਰ ਨੇ ਗੋਦੀ ਦਿੱਤੀ ਹੈ। ਉਦਾਂ ਕਿਸੇ ਨੂੰ ਕਹਿ ਮੈਨੂੰ ਕੱਪੜਾ ਦੇ ਦੇ, ਕੋਈ ਇੱਕ ਰੁਮਾਲ ਨਹੀਂ ਤੈਨੂੰ ਦਊਗਾ। ਤੂੰ ਗੁਰੂ ਨੂੰ ਪਿਆਰ ਕਰਦਾ, ਤੈਨੂੰ ਸੰਗਤ ਵਸਤਰ ਬਣਾ ਦਿੰਦੀ ਹੈ, ਸਰੂਪਾ ਪਾ ਦਿੰਦੀ ਹੈ। ਵਡਿਆਈ ਤਾਂ ਸਾਹਿਬ ਦੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਉਹ ਪ੍ਰਮਾਤਮਾ ਦੀ ਸੇਵਾ ਕਰ, ਸਿਮਰਨ ਕਰਿਆ ਕਰ ਤੇ ਤੇਰੀ ਇੱਦਾਂ ਦੀ ਇੱਜ਼ਤ ਬਣੂਗੀ ਜਿਹੜੀ ਇੱਜ਼ਤ ਕਦੇ ਖਰਾਬ ਨਹੀਂ ਹੋਏਗੀ, ਭਾਵ ਦਾਗ ਨਹੀਂ ਲੱਗੇਗਾ। ਇੱਟ ਸਰਾਣੇ ਭੋਏ ਸਮਣ, ਕੀੜਾ ਲੜੇ ਉਮਾਸ। ਕਹਿੰਦੇ ਇਸ ਬੰਦਾ ਤਣ ਨੂੰ ਕਿੰਨਾ ਸੰਭਾਲ ਕੇ ਰੱਖਦਾ ਹੈ, ਕਿਤੇ ਮਿੱਟੀ ਨਹੀਂ ਲੱਗਣ ਦਿੰਦਾ। ਪੋਲੀ ਪੋਲੀ ਜਗ੍ਹਾ ਤੇ ਸਰੀਰ ਨੂੰ ਆਪਾਂ ਲੰਮੇ ਪਾਈਦਾ। ਪਰ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਦਿਨ ਇੱਦਾਂ ਦਾ ਆਉਣਾ ਵੀ ਇੱਟ ਸਰਾਣੇ, ਵੀ ਤੇਰੀ ਡੈਥ ਹੋ ਜਾਣੀ ਹੈ ਤੇ ਤੇਰੇ ਸਰਾਣੇ ਥੱਲੇ ਜਿੱਥੇ ਗੱਦੇ ਹੁੰਦੇ ਸੀ ਉੱਥੇ ਇੱਟ ਆ ਜਾਣੀ ਹੈ। ਭੋਏ ਸਮਣ, ਤੇ ਤੈਨੂੰ ਕਬਰ ਦੇ ਵਿੱਚ ਲੰਮੇ ਪਾ ਦੇਣਾ ਹੈ। ਤੇ ਕੀੜਾ ਲੜਿਓ ਮਾਸ, ਤੇਰੇ ਮਾਸ ਦੇ ਵਿੱਚ ਕੀੜੇ ਪੈ ਜਾਣੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਬੰਦੇ ਨੂੰ ਕੰਬਲ ਲਾ ਦਿੰਦੇ ਭਾਗਾਂ ਵਾਲਿਓ। ਸੋ ਕਹਿੰਦੇ ਇੱਟ ਤੇ ਸਰਾਣਾ ਬਣੂਗੀ, ਮਿੱਟੀ ਤੇਰੀ ਤਲਾਈ ਬਣੂਗੀ,
ਤੇ ਕੀੜੇ ਤੇਰੇ ਮਾਸ ਵਿੱਚ ਪੈ ਜਾਣਗੇ ਤੇ ਕੇਤੜਿਆਂ ਜੋ ਵਾਪਰੈ ਇਕਤ ਪਿਆ ਪਾਸ। ਕਹਿੰਦੇ ਫਿਰ ਤੇ ਹੁਣ ਆਪਾਂ 10 ਮਿੰਟ ਬਾਅਦ ਪਾਸਾ ਬਦਲੀ ਤਾਂ ਥੱਕ ਜਾਂਦਾ ਲੱਕ ਵੀ ਪਾਸਾ, ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ। ਫਿਰ ਕਹਿੰਦੇ ਕਈ ਸਾਲ ਬੀਤ ਜਾਣੇ ਐ ਤੇਰੇ ਕੋਲੋਂ ਪਾਸਾ ਨਹੀਂ ਕੱਟਿਆ ਜਾਣਾ। ਆਖੋ ਸਤਿਨਾਮ ਵਾਹਿਗੁਰੂ। ਇਕਤ ਪਿਆ ਪਾਸ, ਇੱਕੇ ਪਾਸੇ ਤੂੰ ਪਿਆ ਰਹਿ ਜਾਣਾ ਹੈ, ਕਿਸੇ ਨੇ ਤੇਰਾ ਪਾਸਾ ਚੇਂਜ ਨਹੀਂ ਕਰਾਉਣਾ। ਇਹ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ। ਮਾਣ ਨਾ ਕਰਿਆ ਕਰ, ਮਾਣ ਨਾ ਕੀਜੈ, ਸਰਣ ਪਰੀਜੈ, ਕਰੇ ਸੋ ਭਲਾ ਬਣਾਈਐ, ਭਲਾ ਕਰਿਆ ਕਰ। ਗੁਰ ਪ੍ਰਸਾਦੀ ਮਨ ਵਸੈ, ਹਉਮੈ ਦੂਰ ਕਰੇ। ਕਹਿੰਦੇ ਗੁਰੂ ਅੱਗੇ ਨਾ ਪਰਨਾ ਪਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਜੋ ਪੁਰਾਤਨ ਮਰਜ਼ਾਦਾ ਹੈ 10 ਰੁਪਈਆਂ ਦੀ ਲੈ ਲਿਆ ਕਰ ਤੇ ਬਸ ਅਰਦਾਸਾਂ ਹੀ ਕਰੀ ਜਾਇਆ ਕਰਕੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ, ਕਿਰਪਾ ਕਰੋ। ਇਹ ਤਰਲੇ 'ਚ ਹੀ ਫਾਇਦਾ, ਤਰਲੇ ਲਈ ਜਾਇਆ ਕਰ, ਜਿਤਨਾ ਵੀ ਹੋ ਸਕਦਾ ਤਰਲੇ ਲਿਆ ਕਰ। ਗੁਰ ਪ੍ਰਸਾਦੀ ਮਨ ਵਸੈ, ਇਹ ਜਿਹੜਾ ਮਨ ਹੈ ਬਾਂਦਰ ਦੀ ਨਿਆਈ ਹੈ, ਇਹਨੇ ਨਹੀਂ ਵਸ ਚ ਆਉਣਾ, ਨਾ ਇਹ ਵਸ ਚ ਆਉਣ ਵਾਲਾ ਹੈ, ਬਾਂਦਰ ਦੀ ਨਿਆਈ ਹੈ। ਇਹਨੂੰ ਮਹਾਰਾਜ ਹੀ ਵਸ ਕਰ ਸਕਦੇ ਹੈ। ਅਰਦਾਸ ਕਰਿਆ ਕਰ, ਉਹਦੀ ਕਿਰਪਾ ਹੋ ਜੇ, ਇਹ ਵਸ ਚ ਆ ਜੇ ਤੇ ਹਉਮੈ ਦੂਰ ਕਰੇ। ਆ ਜਿਹੜੀ ਤੇਰੀ ਮੈਂ ਹੈ ਨਾ, ਮੇਰੀ ਪੈਲੀ, ਮੇਰਾ ਘਰ, ਮੈਂ ਐ ਕਰ ਦੂੰ, ਮੈਂ ਉਹ ਕਰ ਦੂੰ, ਇਹ ਜਿਹੜੀ ਤੇਰੀ ਹਉਮੈ ਹੈ ਇਹ ਤੇਰੇ ਵਸ ਵਿੱਚ ਆ ਜਾਏ। ਇਹ ਮਨ ਧਾਵਤ ਤਾਰ ਹੈ, ਜਾ ਆਪੇ ਨਦਰ ਕਰੇ। ਕਹਿੰਦੇ ਇਹ ਜਿਹੜਾ ਮਨ ਹੈ ਨਾ ਭੜਕਦਾ ਫਿਰਦਾ ਮਾਇਆ ਦੇ ਪਿੱਛੇ, ਇਹੋ ਮਨ ਧਾਵਤ ਤਾਰ ਹੈ। ਕਹਿੰਦੇ ਮਾਇਆ ਪਿੱਛੇ ਦੌੜਦਾ ਹੈ, ਤਦੋਂ ਹੀ ਟਿਕਣਾ ਇਹਨੇ, ਤਾਂ ਰਹਿਣਾ ਏ ਜਾਂ ਆਪੇ ਨਦਰ ਕਰੇ। ਜੇ ਪਰਮੇਸ਼ਰ ਪ੍ਰਭੂ ਜੀ ਦੀ ਨਿਗਾਹ ਜੀ ਨਾ ਮੇਰ ਦੀ। ਆਖੋ ਸਤਿਨਾਮ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ। ਤਿਸ ਭਾਵੇ ਨਾਨਕਾ, ਕਾਕੋ ਹੰਸ ਕਰੇ। ਤਿਸ ਭਾਵੇ ਜੇ ਤਿਸ ਭਾਵੇ ਨਾਨਕਾ, ਜੇ ਤਿਸ ਭਾਵੇ ਨਾਨਕਾ, ਜੇ ਤਿਸ ਭਾਵੇ ਨਾਨਕਾ। ਕਾਗੋ ਹੰਸ ਕਰੇ, ਕਾਗੋ ਹੰਸ ਕਰੇ, ਕਾਗੋ ਹੰਸ ਕਰੇ, ਕਾਗੋ ਹੰਸ ਕਰੇ। ਜਿਸ ਭਾਵੇ ਨਾਨਕਾ, ਜੇ ਤਿਸ ਭਾਵੇ ਨਾਨਕਾ, ਜੇ ਤਿਸ ਭਾਵੇ ਨਾਨਕਾ, ਜੇ ਤਿਸ ਭਾਵੇ ਨਾਨਕਾ। ਗੁਰੂ ਨਾਨਕ ਸਾਹਿਬ ਨਦਰ ਕਰ, ਨਦਰ ਹੀ ਮੰਗਿਆ ਕਰ ਮੇਰ ਦੀ, ਕਿਉਂਕਿ ਉਹਦੀ ਨਦਰ ਜਿਹੜੀ ਹੈ ਉਹ ਕਾਗ ਤੋਂ ਹੰਸ ਬਣਾ ਦਿੰਦੀ ਹੈ। ਭਾਵ ਮਾੜੇ ਤੋਂ ਮਾੜਾ ਬੰਦਾ ਵੀ ਵਧੀਆ ਬਣ ਜਾਂਦਾ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਉਹਦੀ ਨਦਰ ਹੋ ਜੇ ਤੇ ਮਨ ਜਿਹੜਾ ਭੜਕਦਾ ਹੈ ਮਾਇਆ ਪਿੱਛੇ ਟਿਕ ਜਾਂਦਾ ਹੈ। ਭਾਈ ਰੇ ਗੁਰਮੁਖ ਹਰ ਨਾਮ ਧਿਆਏ। ਕਹਿੰਦੇ ਜੇ ਭਾਈ ਗੁਰੂ ਦੀ ਸ਼ਰਨ ਪੈ ਜਾ, ਗੁਰੂ ਦੀ ਸ਼ਰਨ। ਹੁਣ ਇਸ ਵੇਲੇ ਆਪਾਂ ਗੁਰੂ ਦੀ ਸ਼ਰਨ, ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਅੰਮ੍ਰਿਤ ਬਾਣੀ ਦੇ ਪ੍ਰਵਾਹ ਚੱਲ ਰਿਹਾ, ਰਾਗੀ ਸਿੰਘਾਂ ਨੇ ਮਿੱਠੀ ਬਾਣੀ ਗਾਈ ਹੈ, ਨਿਤਨੇਮ ਹੋਏ ਆ, ਉਹ ਸਤਿਗੁਰੂ ਸੇਵਾ ਲੈ ਰਹੇ ਨੇ। ਇਹਦੇ ਸ਼ਰਨ ਦੇ ਵਿੱਚ ਪੈ ਜਾ। ਸ਼ਰਨ ਦੇ ਅਰਥ ਹੋਰ ਵੀ ਵਿਦਵਾਨਾਂ ਨੇ ਕੀਤੇ ਆ। 24 ਘੰਟੇ ਪਰਮੇਸ਼ਰ ਦੇ ਚਰਨਾਂ 'ਚ ਹੀ ਪੈ ਰਹੇ।
ਭਾਵ ਉਸ ਨੂੰ ਵਿਸਾਰਨਾ, ਇੱਕ ਇੱਕ ਸੈਕਿੰਡ ਵੀ ਉਹਨੂੰ ਯਾਦ ਕਰ ਵੀ ਉਹ ਮੇਰੇ ਨਾਲ ਹੈ, ਮੈਂ ਜੋ ਵੀ ਕਰਮ ਕਰ ਰਿਹਾ ਹਾਂ ਮੈਨੂੰ ਵੇਖ ਰਿਹਾ ਹੈ, ਵੇਖ ਰਿਹਾ ਹੈ। ਇਸ ਕਰਕੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਧਿਆਇਆ ਕਰ, ਧਿਆਇਆ ਕਰ। ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ। ਹੁਣ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਕਿ ਹੇ ਪਰਮੇਸ਼ਰ ਜੀ, ਕਿ ਜਿਹੜਾ ਤੁਹਾਡਾ ਨਾਮ ਜਪਦਾ ਹੈ, ਤੁਹਾਡਾ ਨਾਮ ਜਪਦਾ ਹੈ, ਉਹਨੂੰ ਕੀ ਹੁੰਦਾ ਹੈ? ਇਹ ਮਹਾਰਾਜ ਕਹਿੰਦੇ ਨਾਮ ਨਿਧਾਨ ਸਦ ਮਨ ਵਸੈ। ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਖਜ਼ਾਨਾ ਵਸ ਜਾਂਦਾ ਨਾ, ਮਹਿਲੀ ਪਾਵੇ ਥਾਂ, ਉਹਨਾਂ ਨੂੰ ਮਹਿਲ ਮਿਲ ਜਾਂਦਾ। ਮਹਿਲ ਦਾ ਭਾਵ ਸਮਝਦੇ, ਟਿਕਾਣਾ ਮਿਲ ਜਾਣਾ। ਹੁਣ ਆਪਾਂ ਇੱਥੇ ਤੇ ਬਹੁਤ ਸੋਹਣੇ ਮਹਿਲ ਬਣਾਏ, ਕਾਰੋਬਾਰ ਬਣਾਇਆ, ਪਰ ਇੱਥੇ ਆਪਣਾ ਟਿਕਾਣਾ ਨਹੀਂ। ਇਹਨੂੰ ਭਾਵੇਂ ਹੱਸ ਕੇ ਮੰਨ ਲਓ ਤੇ ਭਾਵੇਂ ਰੋ ਕੇ ਮੰਨ ਲਓ। 70 80 90 ਲੱਖ ਦੀ ਕੋਠੀ ਬਣਾਈ, ਠੀਕ ਹੈ, ਤੂੰ ਕੱਲੀ ਕੱਲੀ ਚੀਜ਼ ਆਪਣੀ ਪਸੰਦ ਦੀ ਰੱਖੀ ਵਿੱਚ, ਪਰ ਇਹ ਗੱਲ ਯਾਦ ਰੱਖੀ, ਇਹਦੇ ਵਿੱਚ ਤੂੰ ਰਹਿਣਾ ਨਹੀਂ। ਇਹ ਮਹਾਰਾਜ ਕਹਿੰਦੇ ਜਿਹੜਾ ਨਾਮ ਜਪਦਾ ਹੈ, ਮਹਿਲੀ ਪਾਵੇ ਥਾਉ, ਉਹਨੂੰ ਫਿਰ ਪ੍ਰਭੂ ਦੇ ਚਰਨਾਂ 'ਚ ਟਿਕਾਣਾ ਲੱਭ ਜਾਂਦਾ। ਭਾਵ ਉਹਦੀ ਰੂਹ ਜਿਹੜੀ ਹੈ ਉਹ ਟਿਕ ਜਾਂਦੀ ਹੈ। ਬਾਬਾ ਅਤਰ ਸਿੰਘ ਜੀ ਮਹਾਂਪੁਰਖ ਭਜਨ ਕਰਦੇ ਸੀ, ਕਹਿੰਦੇ ਬੰਦਾ ਮਰ ਗਿਆ, ਲੋਕੀ ਕਹਿੰਦੇ ਬੰਦਾ ਮਰ ਗਿਆ, ਕਹਿੰਦੇ ਨਹੀਂ, ਇੱਕ ਗੱਡੀ 'ਚੋਂ ਉਤਰਿਆ, ਇਹ ਗੱਡੀ ਹੈ ਸਰੀਰ, ਇਹ ਗੱਡੀ ਨੂੰ ਛੱਡ ਦੇਣਾ ਆਪਾਂ। ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂਦਾ ਰੂਪ ਰਛਾ। ਇਹ ਜਿਹੜਾ ਸਰੀਰ ਦਾ ਮਾਣ ਕਰਦੇ ਆਪਾਂ, ਇਹਨੇ ਰੁਲਦਾ ਹੀ ਰਹਿ ਜਾਣਾ। ਵਿੱਚ ਕੋਈ ਜਿਹੜਾ ਬੋਲਣ ਦਿਆ, ਪਿਆਰ ਕਰਨ ਦਿਆ, ਉਹਨੇ ਚਲਾ ਜਾਣਾ। ਆਹ ਹੱਥ ਪੈਰ ਤੇਰੇ, ਆ ਚਿਹਰਾ, ਇਹਨੇ ਸੜ ਕੇ ਸਵਾਹ ਹੋ ਜਾਣਾ। ਤੇ ਇੱਕ ਚੀਜ਼ ਵਿੱਚੋਂ ਨਿਕਲਣੀ ਆ, ਆਤਮਾ। ਉਹਨੇ ਆਪਣੇ ਅਸਲ ਵਿੱਚ ਮਹਾਂਪੁਰਖ ਕਹਿੰਦੇ ਦੁਨੀਆ ਮੁਸਾਫਰ ਖਾਨਾ ਹੈ, ਆਤਮਾ ਸਫ਼ਰ ਵਿੱਚ ਹੈ, ਸਰੀਰ ਰਸਤਾ ਵਾ। ਤੇ ਜਦੋਂ ਆਪਾਂ ਗੱਡੀ ਚਲਾਉਣੇ, ਰਸਤਾ ਤੇ ਪਿੱਛੇ ਰਹਿ ਜਾਂਦਾ, ਕਦੇ ਰਸਤਾ ਥੋੜਾ ਮਗਰ ਆਉਂਦਾ। ਇਹ ਸਰੀਰ ਜਿਹੜਾ ਹੈ, ਇਹ ਹੈਗਾ ਇਹ ਰਸਤਾ। ਆਤਮਾ ਸਫ਼ਰ 'ਚ, ਦੁਨੀਆ ਮੁਸਾਫਰ ਖਾਨਾ ਹੈ। ਤੇ ਇਹ ਹੌਲੀ ਹੌਲੀ ਅੱਗੇ ਨਿਕਲਦਾ ਨਿਕਲਦਾ ਆਤਮਾ ਦਾ ਸਫ਼ਰ ਤੁਰਿਆ ਜਾਂਦਾ, ਰਸਤਾ ਪਿੱਛੇ ਰਹੀ ਜਾਂਦਾ। ਬਚਪਨਾ ਪਿੱਛੇ ਰਹਿ ਗਿਆ, ਜਵਾਨੀ ਪਿੱਛੇ ਰਹਿ ਗਈ, ਹੁਣ ਬੁਢੇਪਾ, ਚਿੱਟਾ ਦਾੜਾ ਦੁੱਧ ਰਗਾ, ਸਾਰਾ ਸਰੂਪ ਚਿੱਟਾ ਵਾ। ਇਹਨੇ ਵੀ ਹੁਣ ਹੋਰ 10-100 ਸਾਲਾਂ ਨੂੰ ਛੱਡ ਜਾਣਾ, ਇਹਨੂੰ ਵੀ ਆਪਾਂ, ਇਹ ਵੀ ਪਿੱਛੇ ਰਹਿ ਜਾਣਾ। ਤੇ ਆਤਮਾ ਨਿਕਲ ਜਾਣੀ ਅੱਗੇ ਦੂਰ ਸਫ਼ਰ ਦੇ ਵਿੱਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਅਗਲੇ ਪਾਸੇ ਤੈਨੂੰ ਪਤਾ ਨਹੀਂ ਕਿਹੜੇ ਜੀਵ ਦੀ ਗੱਡੀ ਮਿਲਣੀ ਹੈ, ਸਰੀਰ ਹੀ ਮਿਲਣਾ, ਪਤਾ ਨਹੀਂ ਸੱਪ ਦਾ ਮਿਲ ਜਾਣਾ, ਪਤਾ ਨਹੀਂ ਖਰਗੋਸ਼ ਦਾ ਮਿਲ ਜਾਣਾ। ਕਿਉਂਕਿ ਇਤਿਹਾਸ ਮੁਤਾਬਕ ਮੂਲਾ ਖੱਤਰੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੋਕ ਗਿਆ ਸੀ, ਸਭ ਨੂੰ ਪਤਾ ਸਾਖੀ ਦਾ। ਮਹਾਰਾਜ ਨੇ 3 ਆਵਾਜ਼ਾਂ ਮਾਰੀਆਂ, ਮੂਲੇ ਮੂਲੇ ਮੂਲੇ। ਉਹਨੇ ਆਵਾਜ਼ ਨਹੀਂ ਦਿੱਤੀ। ਘਰ ਵਾਲੀ ਕਹਿੰਦੀ ਜੀ ਘਰੇ ਨਹੀਂ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਬਹੁਤ ਵੱਡੀਆਂ ਖੇਡਾਂ ਸਾਧ ਸੰਗਤ ਇਸ ਦਰਬਾਰ ਦੇ ਵਿੱਚ, ਤੇ ਅਸੀਂ ਬੱਚੇ ਹਾਂ ਸਾਰੇ। ਮਹਾਰਾਜ ਸਾਹਿਬ ਦੇ ਇਸ ਦਰਬਾਰ ਨੂੰ ਦੇਵੀ ਦੇਵਤੇ, ਸੁਰ ਨਰ ਮੁਨ ਜਨ ਤਰਸਦੇ ਆ, ਅਸੀਂ ਬੇਕਦਰੀ ਕਰਦੇ ਹਾਂ। ਆਖੋ ਸਤਿਨਾਮ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਵੀ ਆਸਦੇ ਹੋਣੇ ਵੀ ਤੁਹਾਡੇ ਪਿਛਲੇ ਜਨਮਾਂ ਦੇ ਕਰਮ ਕਰਕੇ ਮੈਂ ਤੁਹਾਨੂੰ ਆਪਣੇ ਬਣਾਇਆ, ਇਸ ਦੇਹੀ ਕੋ ਸਿਮਰੈ ਦੇਵ। ਇਹ ਜਿਹੜਾ ਤਖਤ ਹੈ, ਬਾਣੀ ਹੈ, ਇਹਨੂੰ ਤੇ 33 ਕਰੋੜ ਦੇਵੀ ਦੇਵਤਾ ਲੱਭਦਾ ਫਿਰਦਾ ਸੇਵਾ ਨੂੰ। ਸਾਨੂੰ ਮਹਾਰਾਜ ਨੇ ਦਿੱਤੀ ਹੈ ਤੇ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਕਦਰ ਕਰ ਰਹੇ ਹਾਂ। ਮਹਾਰਾਜ ਇੰਨਾ ਪਿਆਰ ਕਰਦੇ ਸਾਨੂੰ, ਹੋਰ ਅਸੀਂ ਨਰਕਾਂ ਨੂੰ ਜਾਣਾ? ਸਾਡੇ ਭਾਗ ਮਾੜੇ, ਰੁਲਦੇ ਫਿਰਾਂਗੇ, ਅੱਗੇ ਵੀ ਰੁਲਣ ਰਹੇ ਆ।
तुम्हारे सच्चे पातशाह कृपा कर दे है हम रुलते फिरते कोई बात ना पूछता। ते महाराज कहते जे नहीं कोई बात पुछदा ते मेरे को आ जा। हुण मैं ते तेनों गोदी दित्ती आ, तेनों उडीकदा ते तू नहीं आउंदा ते मैं की कਰਾਂ हुण फिर रुलना ही है। एक ते रुलदा फिरदा नूं कोई रखदा नहीं, बूहे ढोले लोकां ने, पानी भी नहीं दिंदा, रोटी भी। गुरु साहब ने 4 बूहे खोले अभी आ जा ते तू हुण नहीं आउंदा। ते महाराज कहते फिर मेरा तो नहीं कसूर कोई, फिर रुलना तो तेरी खुशी रुली जा आ धक्के। तो इस करके महाराज सच्चे पातशाह कृपा करते ने आ शरीर नूं महल नहीं मिलना, भाव टिकाणे नूं तरसन दा। होर किते कोई शदाई थोड़ा वा भी जिहड़ा 50 साल खूह दे विच खड़ोता पाठ करी गया, कोई 70 साल वास्ते कागरित होई गया, किसी ने 13 साल चौंकड़ा मारिया। उन्हां दा भी जी करदा सी भी AC लगा होवे, गड्डी घर च वड्डी होवे, घर वाली सोहनी होवे, बच्चे सोहणे होण, आनंद लैण नूं किहदा नहीं जी करदा। हर बंदे दीयां ख्वाहिशां। इन्हां चीज़ां वल ध्यान दे के वेखीए। सुर नर मुन जाने अमृत खोज दे, सो अमृत गुर ते पाया। हर बंदे दे अंदर चाह आ कि मेरी आ भी ख्वाहिश पूरी होवे, आ भी होवे। पर जिहड़े हुण सिर 'च सवाह पई आ, धूने लगे पे आ, शरीर सुक गए उन्हां दे बंदगी कर करके, वो क्यों कर रहे आ? वो क्यों सारी सारी रात बंदगी करते? क्योंकि वो किसी महल की तलाश च। ये आपां नूं महाराज ने आख्या भी जिहड़े आपां लक्षण फड़े ना सारिਆਂ ने, महाराज कहंदे तित सरवरड़ है पहले निवासा। ये संसार एक सरोवर है अग दा। अज जिन्ने आपां सब इहदे विच सड़ रहे कि नहीं? ना दिन लंघदा ना रात लंघदी। कोई इधरों खबर चंगी आउंदी, वो अजे सकून जिहा, दूजे बन्ने 2 माड़ियां आ जांदियां, वो दोवां नूं सैट करीदा, 4 जब होर पै जांदे। तो इस करके महाराज दी बाणी ते नहीं ना झूठी। आपां नूं ये चीज़ अपने उत्ते हो रही आ कि आपां कहने जी आपां दुखी आ, जिन्हों मर्जी इत्थे पुछ लो ठा के, उन्हें रो पैना। ते महाराज ने पहले ही कहता तित सरवरड़ है पानी पंकज मोह। पैरां नूं कहंदे मोह ने जकड़िया तेरिਆਂ ਨੂੰ। कदे घर दी दा मोह आ जांदा, कदे जवाकां दा आ जांदा, कदे घर वाले दा आ जांदा, कदे पैसिਆਂ दा। पंकज मोह ये लत्तां नूं फड़ के खड़ोता, किसे बने लगन नहीं दिंदा। हम देखा गुरु साहब कहंदे साडे वेंदियां किन्नी दुनिया डुब गई इस संसार समुंदर दे विच। हुण एक बंदे नूं समुंदर 'च सुੱਟ दिओ ते दूजा ਉਹਦੀਆਂ ਲੱਤਾਂ ਬੰਨ੍ਹ ਦਿਓ, बचू कि नहीं? बोलो वाहिगुरू। उदा तो चलो हथ पैर मार के निकल जू, जो लत्तां बनतियां फिर 100% मर जू। हुण ये शब्द रोज़ रह रास विच आउंदा जिहड़ा आपां पढ़िया। महाराज जी कहंदे तित सरवरड़ है भईले। इस सरोवर दे विच निवासा बने, आपां सारिਆਂ दा निवास आ। पानी पावक, इहदे विच जिहड़ा पानी है वो अग आ। पानी पावक तने की आ? कहंदे पंकज मोह। मोह दा पंकज मैंने रस्सा पैड़ा संगल, ਜਿਹਦੇ ਨਾਲ ਆਪਣੀਆਂ ਲੱਤਾਂ ਜੋੜੀਆਂ ਵਾ। ਹੁਣ ਇੱਕ ਪਾਣੀ ਹੋਵੇ ਅੱਗ ਵਰਗਾ ਤੇ ਦੂਜਾ ਤੇਰੀਆਂ ਲੱਤਾਂ ਜੋੜ ਕੇ ਉਹਦੇ ਵਿੱਚ ਸੁੱਟ ਦੇ ਤੇ ਮੁਸ਼ਕਲ ਹੀ ਆ ਨਾ। ਤੇ ਗੁਰੂ ਪਾਤਸ਼ਾਹ ਕਹਿੰਦੇ ਕਿੱਦਾਂ ਬਚੇਗਾ? ਕਹਿੰਦੇ ਤੇਰੇ ਸਰੀਰ ਦਾ ਨਿਵਾਸ ਅੱਗ ਦੇ ਸਮੁੰਦਰ 'ਚ ਹੈ। ਹੁਣ ਇਸ ਵੇਲੇ ਕੀ ਆਪਾਂ ਸਾਰੇ ਦਿਨੇ ਰਾਤ ਸੜਦੇ ਰਹੀਦਾ ਥੋੜਾ ਥੋੜਾ। ਆਪਾਂ ਪੁੱਛਿਆ ਕੀ ਗੱਲ ਅੱਜ ਤੁਹਾਡਾ ਚਿਹਰਾ ਨਹੀਂ ਸਹੀ? ਆਪਾਂ ਕਹਿੰਦਾ ਪਰੇ ਹੋ ਜਾ ਮੈਨੂੰ ਛੇੜੀ ਨਾ। यानी अंदर लगी हुई है ना किसी पासे। भावें मैं नितने भी किया, कथा की, अग तो बाली रही है ना। तो महाराज जी कहते रहिंदा खुंदा मोह का संगल पिया भी जिन्ने आपां पंगे ले कादे वास्ते? मोह करके। मेरे बच्चे सैट हो जाए, मेरा घर बन जे, मेरा आ हो जे, यही है ना सारिਆਂ ਨੂੰ। ते महाराज कहते पंकज मोह पग नहीं, वो जिहड़ा मोह का संगल है वो तुरन नहीं देन दिया, ते जिहड़ी पानी रूपी अग आ चढ़दी जांदी है। ते महाराज कहते हम देखा तै, कहते वेंदियां पता नहीं किन्ने क डुब गए ते किन्नियां ने डुब जाना। इस करके महाराज कहते नाम निधान सदा मन वसै, महली पावे थाओ। जे टिकाणा लभना चाहना ना किते ते गुरु दा लड़ फड़ ला। ये मूर्ख नहीं जिहड़ा 2:30 वजे उठ के केसी इशनान करके पाठ करन दे ते तैनूं नींद चढ़ी है, तेरी नींद नहीं खुल्लन दई।
ਤੇਰੇ ਲਾਗੇ ਕੋਈ ਜਪ ਤਪ ਕਰ ਰਿਹਾ ਤੇ ਤੂੰ ਉਹਨੂੰ ਕਹਿੰਦਾ ਹੌਲੀ ਬੋਲ, ਮੈਨੂੰ ਪਰੇਸ਼ਾਨੀ ਹੁੰਦੀ ਆ। ਇਹ ਜਿਹੜਾ ਜਪ ਤਪ ਕਰ ਰਿਹਾ ਜੀ ਉਹਦਾ ਵੀ ਕਰਦਾ, ਮੈਂ ਰੱਜ ਕੇ ਸੋਵਾਂ, ਰੱਜ ਕੇ ਖਾਵਾਂ, ਨਜ਼ਾਰੇ ਲਵਾਂ। ਪਰ ਮਹਾਰਾਜ ਕਹਿੰਦੇ ਇੱਧਰ ਮੰਜ਼ਿਲ ਵੇਖ ਆਪਦੀ। ਜਿਹੜੇ ਲੋਕੀ ਆਲਸ ਕਰ ਲੈਂਦੇ ਆ ਨਾ, ਉਹਨਾਂ ਨੂੰ ਮੰਜ਼ਿਲ ਨਹੀਂ ਮਿਲਦੀ। ਆਖੋ ਵਾਹਿਗੁਰੂ। ਇਹ ਸੱਚਾਈ ਹੈ। ਇੱਕ ਮੈਂ ਨਿੱਕੇ ਹੁੰਦੇ ਸਾਖੀ ਬੜੀ ਵੀ ਖਰਗੋਸ਼ ਤੇ ਕਛੂ ਕੁੰਮੇ ਦੀ ਦੌੜ ਲੱਗੀ, ਤੇ ਜਿਹੜਾ ਖਰਗੋਸ਼ ਸੀ ਉਹਨੂੰ ਹੰਕਾਰ ਸੀ, ਉਹਨੇ ਕਿਹਾ ਆਪਾਂ ਤੇ 4 ਛਾਲਾਂ 'ਚ ਗਏ ਲੈ। ਤੇ ਕਛੂ ਵਿਚਾਰਾ ਗਰੀਬੜਾ ਜਿਹਾ ਸੀ, ਉਹਨੇ ਕਿਹਾ ਮੇਰੇ ਤੋਂ ਤਾਂ ਨਹੀਂ 4 ਛਾਲਾਂ, ਮੈਂ ਤੇ ਹੁਣ ਤੇ ਟਾਈਮ ਨਾਲ ਹੀ ਤੁਰ ਪੈਣਾ। ਉਹ ਵਿਚਾਰਾ ਤੁਰ ਪਿਆ ਤੇ ਉਹ ਦੋਵੇਂ ਇਕੱਠੇ ਦੌੜੇ। ਤੇ ਖਰਗੋਸ਼ ਆ ਕੇ 20 ਕਦਮ ਕਹਿੰਦਾ ਉਹਨੇ ਹੌਲੀ ਹੌਲੀ ਆਉਣਾ, ਪਤਾ ਨਹੀਂ ਕਦੋਂ ਪਹੁੰਚਣਾ, ਆਪਾਂ ਸੌਂਦੇ ਆ। ਉਹ ਐਸਾ ਵਿਕਾਰਾਂ ਦੀ ਨੀਂਦ ਸੁੱਤਾ, ਕਛੂ ਰੁਕਿਆ ਨਹੀਂ। ਜਿਹੜੇ ਇਨਸਾਨ ਜ਼ਿੰਦਗੀ 'ਚ ਰੁਕਦੇ ਨਹੀਂ, ਕਿਤੇ ਨਾ ਕਿਤੇ ਪਹੁੰਚ ਜਾਂਦੇ ਆ। ਜਦੋਂ ਆਪਾਂ ਰੁਕਣਾ ਸ਼ੁਰੂ ਕਰਤਾ, ਬਸ ਇਬਾਦਤ ਕਰ, ਇਬਾਦਤ ਕਰਨ ਨਾਲ ਗੱਲ ਬਣਦੀ ਹੈ ਕਿਸੇ ਦੀ। ਗੁਰ ਪਤਾ ਕਿਹਨੂੰ ਕਹਿੰਦੇ ਆ? ਗੁਰ ਜਿਹੜਾ ਆਪਾਂ ਕਿਸੇ ਨੂੰ ਉਸਤਾਦ ਕਹਿੰਦਾ, ਆਪਾਂ ਸਾਰੇ ਬੱਚੇ ਆਪਣਾ ਕਹਿੰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਸਾਖੀ ਆ, ਭਾਈ ਝੰਡਾ ਹੋਇਆ ਮਹਾਰਾਜ ਦਾ ਸਿੱਖ, ਤੇ ਕਹਿੰਦਾ ਮਹਾਰਾਜ ਮੈਨੂੰ ਵੀ ਕਿਤੇ ਲੈ ਜਾ ਕਰੋ ਨਾਲ, ਮੈਂ ਭਾਂਡੇ ਮਾਂਜਦਾ ਰਹਿਣਾ, ਲੰਗਰ 'ਚ ਰੋਟੀਆਂ ਪਕਾਉਣਾ, ਕਿਤੇ ਮੈਨੂੰ ਵੀ ਸੈਰ ਸੂਰ ਤੇ ਲੈ ਜਾ ਕਰੋ। ਬਾਦਸ਼ਾਹ ਕਹਿੰਦੇ ਆ ਜਾ ਫਿਰ ਅੱਜ ਸਾਡੇ ਨਾਲ। ਇਹ ਸਾਖੀਆਂ ਸਿਖਾਉਂਦੀਆਂ ਕੁਝ। ਤੇ ਜਦੋਂ ਮਹਾਰਾਜ ਲੈ ਗਏ ਤੇ ਉੱਥੇ ਜੰਗਲ ਵਿੱਚ ਉਹਨੂੰ ਕਹਿੰਦੇ ਇੱਥੇ ਰੁਕ ਜਾ ਤੂੰ, ਅਸੀਂ ਸ਼ਿਕਾਰ ਲੱਭਦੇ ਹਾਂ। ਤੇ ਜਿੰਨਾ ਚਿਰ ਆਵਾਜ਼ ਨਾ ਮਾਰ ਗਏ ਤੇ ਇੱਥੋਂ ਇਹ ਸੀ ਗੁਰੂ ਦਾ ਹੁਕਮ। ਇਤਿਹਾਸ ਕਹਿੰਦਾ ਮਹਾਰਾਜ ਕਿਸੇ ਹੋਰ ਰਸਤੇ ਵਾਪਸ ਆ ਗਏ। 2 ਰਾਤਾਂ 2 ਦਿਨ ਹੋ ਗਏ ਤੇ ਮਹਾਰਾਜ ਕਹਿੰਦੇ ਉਹ ਭਾਈ ਝੰਡਾ ਕਿੱਥੇ ਆ? ਉਹ ਨਜ਼ਰ ਨਹੀਂ ਆਇਆ ਲੰਗਰ 'ਚ, ਜਾਂ ਕਿਤੇ ਜਿਹਨੂੰ ਪਿਆਰ ਕਰੀਦਾ ਉਹਨੂੰ ਲੱਭੀ ਰਹੀ ਆ, ਜਿਹਦੇ ਨਾਲ ਪਿਆਰ ਨਹੀਂ ਉਤੋਂ ਕੀ ਲੈਣਾ। ਤੇ ਮਹਾਰਾਜ ਕਹਿੰਦੇ ਉਹ ਕਿੱਥੇ? ਤੇ ਕਿਸੇ ਸਿੱਖ ਨੇ ਆਖਿਆ ਜੀ ਉਹ ਤੇ ਫਲਾਣੇ ਜੰਗਲ 'ਚ, ਉਹਨੂੰ ਤੇ 2 ਰਾਤਾਂ 2 ਦਿਨ ਹੋ ਗਏ ਉੱਥੇ ਬੈਠਾ ਬਰਛਾ ਕੱਢ ਕੇ। ਮਹਾਰਾਜ ਕਹਿੰਦੇ ਤੁਹਾਡਾ ਭਲਾ ਹੋ ਜੇ। ਪਾਤਸ਼ਾਹ ਨੇ ਘੋੜਾ ਭਜਾਇਆ, ਮੀਰੀ ਪੀਰੀ ਦੇ ਮਾਲਕ ਨੇ, 6ਵਾਂ ਪੀਰ ਬੈਠਾ। ਉਹ ਕਹਿੰਦੇ ਓਏ ਓਏ ਇਹ ਕੀ ਕੀਤਾ? ਕਹਿੰਦੇ ਪਾਤਸ਼ਾਹ ਤੇਰਾ ਹੁਕਮ ਮੰਨਿਆ, ਤੂੰ ਮੇਰਾ ਗੁਰੂ ਨਹੀਂ, ਤੂੰ ਮੈਨੂੰ ਹੁਕਮ ਕੀਤਾ ਸੀ ਵੀ ਜਿੰਨਾ ਚਿਰ ਆਵਾਜ਼ ਨਾ ਮਾਰ ਗਈ ਉਹਨਾਂ ਚਿਰ ਬਾਬੇ ਲੈਣੇ ਨੇ। ਗੁਰੂ ਧਾਰਿਆ ਗੁਰੂ ਨਾਨਕ ਨੂੰ। ਇਤਿਹਾਸ ਕਹਿੰਦਾ ਮੀਂਹ ਪਵੇ ਤੇ ਮਾਰੇ ਪਾਠ ਕਰਦੇ ਸੀ ਤੇ ਬਾਲਾ ਟੁੱਟ ਗਿਆ ਸਤੀਰੀ। ਸਾਰੀ ਰਾਤ ਬਾਲੇ ਥੱਲੇ ਸਿਰ ਲੈ ਕੇ ਖੜੋਤਾ ਰਿਹਾ। ਅੱਜ ਵਰਗਾ ਚੇਲਾ ਹੁੰਦਾ ਕਹਿੰਦਾ ਮਰਨ ਦੇ ਬਾਬੇ ਨੂੰ ਮੈਂ ਤੇ ਜਾਵਾਂ ਕੋ ਸੱਤ। ਇਹ ਸਾਡਾ ਇਤਿਹਾਸ ਹੈ ਜਿਹੜਾ ਅਸੀਂ ਤੁਹਾਨੂੰ ਸੁਣਾਉਣਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ। ਜਿਹੜਾ ਹੁਕਮ ਹੁੰਦਾ ਨਾ ਮੰਨਣਾ ਖਸਮ ਦਾ, ਟੋਟੇ ਟੋਟੇ ਤੇ ਹੋ ਜਾਣ, ਪਰ ਆਖੇ ਵੀ ਆ ਟਾਈਮ ਟੇਬਲ ਤੇ ਮੈਂ 25 ਮਿੰਟ ਪਹਿਲਾਂ ਪਹੁੰਚਣਾ, ਮੇਰੇ ਪਿਆਰੇ ਦਾ ਟਾਈਮ ਹੈ, ਛੱਡ ਦੂੰ ਦੁਨੀਆ ਸਾਰੀ ਜੇ ਮੰਜ਼ਿਲ ਪ੍ਰਾਪਤ ਕਰਨੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਉਹ ਤੇਰਾ ਭਲਾ ਹੋ ਜੇ, ਤੂੰ ਇੱਥੇ ਬੈਠਾ। ਕਹਿੰਦੇ ਬਾਪੂ ਤੂੰ ਆਪੇ ਤੇ ਕਿਹਾ ਵੀ ਜਿੰਨਾ ਚਿਰ ਮੈਂ ਆਵਾਜ਼ ਨਾ ਮਾਰਾਂ ਮੈਂ ਤੇਰੀ ਆਵਾਜ਼ ਉਡੀਕਣ ਦਿਆਂ। ਇੰਨੀ ਹੁਕਮ, ਹੁਕਮ ਰਜਾਈ ਚੱਲਣਾ, ਐਡਾ ਹੁਕਮ ਉਹੀ ਮੰਨ ਗਿਆ, ਆਪਣਾ ਤਾਂ ਔਖਾ ਹੀ ਆ। ਉਹ ਸਤਿਨਾਮ ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਆ, ਰਹਿਮਤ ਦੇ ਮਾਲਕ ਹੈ। ਆਪਾਂ ਪਿਆਰ ਦੇ ਪਿਆਰੇ ਆ ਕਿਉਂਕਿ ਬਾਣੀ ਵੱਡੀ। ਮੈਂ ਕਈ ਵਾਰੀ ਭੈਣ ਨੂੰ ਵੀ ਕਹਿ ਦਿੰਦਾ ਨਾ ਵੀ ਤੂੰ ਲਾਈਵ ਨਾ ਕਰ, ਇੰਨੀ ਜੋਗੇ ਨਹੀਂ ਹੈਗੇ ਜੀ, ਕਿਉਂਕਿ ਮਿਹਨਤ ਬਹੁਤ ਚੀਜ਼ ਮੰਗਦੀ ਆ। ਤੇ ਸਰੋਤੇ ਬੜੇ ਸੂਝਵਾਨ ਆ ਜਿਹੜੇ ਇੱਕ ਸ਼ਬਦ ਦੇ 50-50 ਅਰਥ ਜਾਣਦੇ ਆ। ਉਹ ਜਦੋਂ ਸੁਣ ਲੈਂਦੇ ਕਈ ਵਾਰੀ ਕਾਲ ਆ ਜਾਂਦੀ, ਮੈਸੇਜ ਆ ਜਾਂਦਾ ਭਾਈ ਸਾਹਿਬ ਜੀ ਮਿਹਨਤ ਦੀ ਸਖਤ ਲੋੜ ਹੈ। ਇਸ ਕਰਕੇ ਨਾ ਇਹ ਚੀਜ਼ ਜਿਹੜੀ ਛੋਟੀ ਨਹੀਂ, ਆਪਾਂ ਕਈ ਵਾਰੀ ਹੱਸ ਪੈਂਦੇ, ਜਿਹੜੀ ਇੱਕ ਵਾਰ ਚੜ ਗਈ ਉਹ ਵਾਪਸ ਥੋੜਾ ਮੁੜਨੀ। ਬੜੇ ਬੜੇ ਗਿਆਨੀ ਧਿਆਨੀ ਇੱਕ ਚੀਜ਼ ਨੋਟ ਕਰਨ ਵਾਲੀ ਹੈ। ਕਿੰਨੇ ਸਿੰਘ ਸਾਹਿਬ ਹੈ ਇੱਥੇ, ਭਾਈ ਸੁਰਜੀਤ ਸਿੰਘ ਆਏ ਸੀ, ਉਹਨਾਂ ਕਥਾ ਕਰਨੀ, ਕਹਿੰਦੇ ਲਾਈਵ ਬੰਦ ਕਰੋ ਪਹਿਲਾਂ। ਕਰਾਇਆ ਸੀ ਕਿ ਨਹੀਂ? ਹਜੇ ਵੇਲੋ ਕਿੰਨੇ ਵਿਦਵਾਨ ਆ, ਕਿੰਨੀ ਜਗ੍ਹਾ। ਉਹ ਕਹਿੰਦੇ ਨਿਰੀ ਮੌਤ ਆ। ਇਹ ਤੇ ਹੱਥ ਜੋੜਨ ਵਾਲੀ ਗੱਲ ਹੈ ਵੀ ਇਹਦੇ ਵਿੱਚ ਇੱਕ ਵਾਰ ਚੜ ਗਿਆ ਤੇ ਵਾਪਸ ਕੋ ਨਹੀਂ ਮੁੜਨਾ। ਤੇ ਦੁਨੀਆ ਚੰਗੀ ਚੀਜ਼ ਨਹੀਂ ਜੇ ਸੰਗਤੇ ਸੁਣਦੀ, ਬਸ ਵੀਕ ਪੁਆਇੰਟ ਵੇਂਦੀ ਵੀ ਕਿੱਥੇ ਕੋਈ ਫਸਦਾ। ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜੀ ਦੇ ਕਿ ਮਹਾਰਾਜ ਸੀਸਾਂ ਦਿਓ, ਇੰਨੀ ਜੋਗੇ ਨਹੀਂ। ਇਹ ਬਾਣੀ ਬਹੁਤ ਅਮੁੱਲਕ ਹੈ, ਬਾਣੀ ਬਹੁਤ ਕੀਮਤੀ ਹੈ। ਦਾਨ ਦਇਆ ਸਤਿਗੁਰੂ ਮਹਾਰਾਜ ਕਰਦੇ ਜੀ। ਗੁਰ ਇਤਿਹਾਸ ਦੀ ਹੋਰ ਗੱਲ ਹੈ। ਇਤਿਹਾਸ ਵਿੱਚ ਬੰਦਾ ਸ਼ਿੰਗਾਰਨ ਲਈ ਕੋਲੋਂ ਵੀ ਲਾ ਸਕਦਾ, ਘਟਾ ਵੀ ਸਕਦਾ, ਕਿਉਂਕਿ ਉਹ ਕਵੀ ਇਹ ਬਾਣੀ ਖਸਮ ਦੀ ਆ। ਬਾਬਾ ਰਾਮ ਰਾਏ ਨੇ ਇੱਕ ਪੰਕਤੀ ਬਦਲੀ ਸੀ ਤੇ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਹੀਂ ਵੜਨਾ। ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਵਾ ਬੜੀ ਡਾਢੀ ਆ।
ਮਸੰਦਾਂ ਨੇ ਬੇਅਦਬੀ ਕੀਤੀ ਸੀ ਗੁਰੂ ਸਾਹਿਬ ਦੀ ਸੇਵਾ ਦੀ। ਨਿਤਨੇਮ ਦੀ ਥਾਂ ਤੇ ਕੋਈ ਢਲਿਆਈ ਵਰਤਤੀ, ਸ਼ਰਾਬਾਂ ਪੀਣ ਲੱਗ ਪਏ, ਮਾਸ ਖਾਣ ਲੱਗ ਪਏ, ਤੇ ਮਹਾਰਾਜ ਦਾ ਟਾਈਮ ਨਾਲ ਪ੍ਰਕਾਸ਼ ਨਾ ਕਰਨਾ, ਤੇ ਕਈ ਵਾਰੀ ਸਾਰੀ ਸਾਰੀ ਰਾਤ ਸੋਖ ਆਸਣ ਹੀ ਨਾ ਕਰਨਾ। ਤੇ ਗੁਰੂ ਬਾਜਾਂ ਵਾਲੇ ਨੇ ਉਹ ਮਸੰਦਾਂ ਨੂੰ ਕੜਾਇਆਂ 'ਚ ਤਲਿਆ ਸੀ। ਇਤਿਹਾਸ ਪੜ੍ਹ ਕੇ ਵੇਖ ਲਓ। ਮਹਾਰਾਜ ਕਹਿੰਦੇ ਮੈਨੂੰ ਜੋ ਮਰਜ਼ੀ ਕਰ ਲਓ, ਮੈਂ ਕੋਈ ਗੁੱਸਾ ਨਹੀਂ ਕਰੂੰਗਾ, ਪਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਢਿਲਾਈ ਕਰੂਗਾ ਮੇਰਾ ਕੁਝ ਨਹੀਂ ਲੱਗਦਾ। ਕਿਉਂਕਿ ਜੇ 4 ਸਾਹਿਬਜ਼ਾਦੇ ਗੁਰੂ ਬਾਜਾਂ ਵਾਲੇ ਨੇ ਬਾਰੇ, ਤੇ 5ਵਾਂ ਗੁਰੂ ਹਰਿਰਾਏ ਸਾਹਿਬ ਦਾ ਸਪੁੱਤਰ ਸੀ, 72 ਕਰਾਮਾਤਾਂ ਦਿੱਤੀਆਂ। ਇੰਨਾ ਪਿਆਰ ਕਰਦੇ ਸੀ ਮਹਾਰਾਜ ਉਹਨੂੰ, ਲਾਡਲਾ ਪੁੱਤਰ ਸੀ ਮਹਾਰਾਜ ਦਾ। 72 ਬਖਸ਼ਿਸ਼ਾਂ ਦੇ ਕੇ ਭੇਜਿਆ ਸੀ ਔਰੰਗਜ਼ੇਬ ਕੋਲ। ਤੇ ਜਦੋਂ ਬਾਣੀ ਦੀ ਗੱਲ ਆਈ ਤੇ ਉਹਨੇ ਵੇਖਿਆ ਹਿਸਾਬ ਕਿਤਾਬ ਜਿਹਾ, ਤੇ ਇੱਥੇ ਮੇਰੀ ਬੇਇੱਜ਼ਤੀ ਹੋਣੀ, ਆਪਦੀ ਮਰਜ਼ੀ ਨੇ ਅਰਥ ਕਰ ਗਿਆ, ਆਖੋ ਸਤਿਨਾਮ। ਹੁਣ ਇੱਥੇ ਭਾਈ ਸਾਹਿਬ ਤਾਂ ਪੰਕਤੀ ਪੜ੍ਹ ਦਿੰਦੇ ਆ, ਤੇ ਜੇ ਮੈਂ ਆਪਦੀ ਮਰਜ਼ੀ ਨਾਲ ਅਰਥ ਕਰੂੰ ਤੇ ਕਿੱਧਰ ਜਾਊਂਗਾ ਮੈਂ? ਇਸ ਕਰਕੇ ਮੈਨੂੰ ਅਰਥ ਪਹਿਲਾਂ ਘੰਟਾ ਡੇਢ ਪੜ੍ਹਨੇ ਪੈਣੇ ਆ, ਵਾਰ-ਵਾਰ ਰਿਪੀਟ ਕਰਕੇ, ਵੀ ਕਿਤੇ ਮੇਰੇ ਤੋਂ ਗਲਤੀ ਨਾ। ਉਹਨੇ ਇੱਕ ਅਰਥ ਹੀ ਗਲਤ ਕੀਤਾ ਸੀ। ਸਕਾ ਪੁੱਤਰ ਸੀ, 72 ਕਰਾਮਾਤਾਂ। ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਹੀ ਪਿਆਰ ਕੀਤਾ ਮਹਾਰਾਜ ਨੇ। ਕਹਿੰਦੇ ਸੀ ਉਹਨੇ ਇੰਨਾ ਕਿਹਾ, ਮਿੱਟੀ ਮੁਸਲਮਾਨ ਕੀ। ਅੱਜ ਸਵੇਰੇ ਮੁਖਵਾਕ ਆਇਆ ਉਹ ਪੇੜੇ ਪਈ ਘੁਮਿਆਰ, ਤੇ ਉਹਨੇ ਉੱਥੇ ਮੁਸਲ ਦੀ ਥਾਂ ਤੇ ਬੇਈ ਕਰਤਾ। ਉਹ ਲਿਖਤੀ 'ਚ ਨਹੀਂ ਕੀਤਾ, ਲਿਖਿਆ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਉਹਨੇ, ਸਿਰਫ ਉਹਨੇ ਅਰਥ ਆਪਣੀ ਮਰਜ਼ੀ ਨੇ ਕਰਤੇ। ਉਹਨੇ ਕਿਹਾ ਇਹਨਾਂ ਕਿਹੜਾ ਗੁਰੂ ਗ੍ਰੰਥ ਸਾਹਿਬ ਵੇਖਣਾ ਜਾਂ ਉੱਥੇ ਜਾਣਾ? ਕਹਿੰਦਾ ਨਹੀਂ ਜੀ ਨਹੀਂ, ਉੱਥੇ ਮੁਸਲ ਨਹੀਂ, ਉੱਥੇ ਬੇਈ ਹੈ। ਅਜੇ ਸ਼ਬਦੀ ਅਰਥ ਬਦਲੇ ਸੀ। ਤੇ ਜਦੋਂ ਬਾਪੂ ਨੂੰ ਪਤਾ ਲੱਗਾ, ਮਾਰੇ ਕਹਿੰਦੇ ਤੂੰ ਸਾਡੇ ਲਈ ਮਰ ਗਿਆ ਤੇ ਅਸੀਂ ਤੇਰੇ ਵੱਲੋਂ ਗਏ। ਇਤਿਹਾਸ ਹੈ। ਕਿਉਂਕਿ ਜਦੋਂ ਸੰਸਕਾਰ ਹੋਣਾ ਨਾ ਮੇਰਾ ਆਪਣਾ ਸਾਰਿਆਂ ਦਾ, ਉਦੋਂ ਕੋਈ ਪਾਵਰ ਕੰਮ ਨਹੀਂ ਕਰਦੀ ਜੇ ਪਾਵਰ ਕੰਮ ਕਰਦੀ ਸੁਪਰੀਮ ਪਾਵਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਹ ਖਸਮ ਦੀ ਬਾਣੀ ਹੈ। ਇਹਦੇ ਕਰਕੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠ ਗਏ। ਆ ਬਈਏ 15 ਮਿੰਟ ਧੁੱਪੇ ਕਿੱਦਾਂ ਜਾਨ ਨਿਕਲਦੀ, ਏਸੀ ਛੱਡੀ ਦਾ ਭੱਜ ਕੇ ਆ ਕੇ ਹਾਏ ਗਏ ਬਾਪੂ ਤੱਤੀ ਤਵੀ ਤੇ ਕਿਉਂ ਬੈਠਾ ਸੀ? ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਸ਼ਬਦ ਲਿਖ ਦਿਓ। ਮਹਾਰਾਜ ਨੇ ਆਖਿਆ ਨਾ, ਜੋ ਮਰਜ਼ੀ ਕਰ ਲਓ, ਨਹੀਂ ਲਿਖਣੇ। ਏਡੀ ਤਗੜੀ ਪਾਵਰ ਹੈ ਜਿਹਦੇ ਕੋਲ ਆਪਾਂ ਰੋਜ਼ ਆ ਕੇ, ਮੈਂ ਤਾਂ ਮਾਫੀ ਮੰਗਦਾ ਰਹਿਣਾ ਰੋ ਕੇ ਸੰਗਤੇ, ਸੱਚੇ ਪਾਤਸ਼ਾਹ ਤੋਂ ਮੈਨੂੰ ਬਖਸ਼ਾ ਲਿਓ, ਸੇਵਾ ਦਾਸ ਨੂੰ ਮਿਲੀ ਆ। ਤੇ ਦਾਸ ਬੇਕਦਰੀ ਕਰ ਜਾਂਦਾ ਕਈ ਵਾਰ ਇਸ ਤਖਤ ਦੀ। ਹੱਥ ਜੋੜ ਕੇ ਮਾਫੀ ਮੰਗਦੇ ਆ, ਕਿਉਂਕਿ ਅੰਨੇ ਵਸ ਮਾਨਕ ਪਿਆ, ਘਰ ਘਰ ਵੇਚਣ ਜਾਏ। ਅੰਨੇ ਨੂੰ ਕਿਸੇ ਨੇ ਕਹਿੰਦੇ ਮਾਨਕ ਦੇਦਾ ਤੇ ਉਹ ਘਰ ਘਰ ਵੇਚੇ, ਉਹ ਗੱਲ ਸਾਡੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਹੁਤ ਕੁੱਟਣਗੇ, ਬਹੁਤ ਕੁੱਟਣਗੇ। ਢਲਿਆਈ ਨਹੀਂ ਹੋਣੀ ਚਾਹੀਦੀ। ਤੁਮਾਰੇ ਸੱਚੇ ਪਾਤਸ਼ਾਹ ਦੀ ਸੰਗਤ ਮਾਫੀ ਦਵਾ ਸਕਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜੇ ਮੈਲ ਪਾਉਣਾ ਤੇ ਨਾਮ ਜਪਿਆ ਕਰ ਰਹਾਉ। ਵਿਸ਼ਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਮਨ ਮੁਖ ਮਨ ਤਨ ਅੰਧ ਹੈ, ਤਿਸਨੋ ਠੌਰ ਨਾ ਠਾਉ। ਕਹਿੰਦੇ ਜਿਹੜਾ ਮਨ ਮੁਖ ਮਿਰਤੀ ਦਾ ਬੰਦਾ ਨਾ, ਉਹਦਾ ਮਨ ਤੇ ਤਨ ਜਿਹੜਾ ਉਹ ਹਨੇਰੇ 'ਚ ਹੀ ਆ। ਉਹਨੂੰ ਕਿਤੇ ਟਿਕਾਣਾ ਨਹੀਂ ਜੇ ਮਿਲਣਾ, ਆਖੋ ਸਤਿਨਾਮ। ਉਹਨੂੰ ਥਾਂ ਨਹੀਂ ਮਿਲਣੀ ਕਿਤੇ। ਇੱਥੇ ਵੀ ਨਹੀਂ ਆਪਾਂ ਨੂੰ ਕਿਸੇ ਨੇ ਝੱਲਣਾ, ਤੇ ਅੱਗੇ ਵੀ ਨਹੀਂ ਕਿਸੇ ਨੇ ਝੱਲਣਾ ਜੀ। ਕਿਉਂਕਿ ਇੱਥੇ ਦੇ ਘਰ ਦਿਓ ਅੱਗੇ ਗਾਲਾਂ ਕੱਢਣ ਦਾ ਮਹੀਨਾ ਹੋ ਗਿਆ, ਅੱਜ ਤਰੀਕ ਕਿੱਥੇ ਚਲੇਗੀ, ਪੈਸੇ ਨਹੀਂ ਦਿੱਤੇ, ਆਖੋ ਸਤਿਨਾਮ। ਹਰ ਬੰਦਾ ਵੇਖ ਲਓ, ਬਾਹਰ ਵੀ ਬੱਚੇ ਆਪਾਂ ਫੋਨ ਕਰੀਦਾ ਨਾ, ਕਾਕਾ 5 ਤਰੀਕ ਹੋ ਗਈ, ਪਾਏ ਨਹੀਂ ਪੈਸੇ। ਜੇ ਉਹ ਕਹਦੇ ਡੈਡੀ ਮੇਰੇ ਕੋਲ ਐਤਕੀ ਕੁਝ ਨਹੀਂ, ਮੈਂ ਖਾ ਪੀ ਲਿਆ, ਉੱਥੇ ਗਾਲਾਂ ਸ਼ੁਰੂ ਹੋ ਜਾਂਦੀਆਂ। ਤੇ ਜੇ ਆ ਗਈ ਅਕਾਊਂਟ 'ਚ, ਤੇ ਫਿਰ ਬਾਪੂ ਵੀ ਗੁਰਦੁਆਰੇ ਦੇਖ ਲੈ ਕੇ ਆਖੋ ਬਾਬਾ ਜੀ ਕਰੋ ਮੰਡੇ ਦੀ ਅਰਦਾਸ। ਮਹਾਰਾਜ ਕਹਿੰਦੇ ਵੇਖ ਲੈ, ਏਦਾਂ ਇੱਜ਼ਤ ਹੁੰਦੀ ਜਿਹਦੀ ਬੰਦੇ ਦੀ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਤੇ ਜੇ ਤੇਰੇ ਕੋਲ ਪਾਠ ਹੋਊਗਾ, ਸਿਮਰਨ ਹੋਊਗਾ, ਸੇਵਾ ਹੋਊਗੀ, ਤੇ ਕਿਤੇ ਬਹਿ ਜਾਏਗਾ, ਇੱਜ਼ਤ ਮਾਣ ਮਿਲ ਜੂਗਾ, ਨਹੀਂ ਤੇ ਕਿਸੇ ਨੇ ਨਹੀਂ ਦੇਗਾ। ਮਹਾਰਾਜ ਕਹਿੰਦੇ ਮਨ ਮੁਖ ਮਨ ਤਨ ਅੰਧ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਲੋਕ ਆ ਨਾ, ਉਹ ਹਨੇਰੇ 'ਚ ਆ। ਇੱਕ ਹੁੰਦਾ ਗੁਰ, ਇੱਕ ਹੁੰਦਾ ਮਨ। ਹੁਣ ਮੇਰਾ ਮਨ ਪਤਾ ਕੀ, ਸੌ ਜਾ। ਮੇਰਾ ਮਨ ਕਹਿੰਦਾ ਆਹ ਚੀਜ਼ ਖਾ ਲਾ, ਮੇਰਾ ਮਨ ਕਹਿੰਦਾ ਆਹ ਕਰ ਲਾ, ਪਰ ਮੇਰਾ ਗੁਰੂ ਕਹਿੰਦਾ ਵਾ ਵੀ ਤੈਨੂੰ ਨੀਂਦ ਵੀ ਆਈ ਆ, ਪਰ ਗੁਰ ਕਹਿੰਦਾ ਵੀ ਆਹ ਟਾਈਮ ਤੇਰਾ ਉੱਠਣ ਦਾ ਵਾ, ਉੱਠ। ਹੁਣ ਜੇ ਤੇ ਮਨ ਦੇ ਮਗਰ ਲੱਗ ਗਿਆ ਤੇ ਫੇਲ ਆ। ਜੇ ਗੁਰੂ ਚੇਤੇ ਆ ਗਿਆ ਵੀ ਨਾ ਨਾ ਮੇਰਾ ਗੁਰੂ ਆ, ਮੇਰਾ ਬੰਦ ਬੰਦ ਕੱਟਿਆ ਜਾਊ, ਤੇ ਆਪੇ ਪਾਸ ਆ। ਹੁਣ ਇੱਥੇ ਮਾਰੇ ਕਹਿੰਦੇ ਮਨ ਮੁਖ ਮਨ ਤਨ ਅੰਧ ਹੈ। ਕਹਿੰਦੇ ਜਿਹੜੇ ਬੰਦੇ ਆਪਣੇ ਮਨ ਦੇ ਪਿੱਛੇ ਲੱਗਦੇ ਨਾ, ਮਨ ਕੀਤਾ ਗੁਰਦੁਆਰੇ ਆ ਗਏ, ਅੱਜ ਬਾਬਾ ਜੀ ਮੇਰਾ ਮਨ ਨਹੀਂ ਕਰਦਾ,
ਆਹ ਚੀਜ਼ ਛਕ ਲਾ, ਨਹੀਂ ਅੱਜ ਨਹੀਂ ਖਾਣੀ, ਮੇਰਾ ਮਨ ਨਹੀਂ ਕਰਦਾ। ਜਿਹੜੇ ਹਮੇਸ਼ਾ ਮਨ ਦੇ ਮਗਰ ਲੱਗਦੇ ਮਾਰੇ ਕਹਿੰਦੇ ਹਨੇਰੇ 'ਚ ਇਸ ਨੂੰ ਠੌਰ ਨਾ ਠਾਓ, ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ। ਬਹੁ ਜੋਨੀ ਪਾਉਂਦਾ ਫਿਰੈ ਜਿਉ ਸੁਣੈ ਕਰ ਕਾਉ। ਕਹਿੰਦੇ ਬਹੁਤੀਆਂ ਜੂਨਾਂ 'ਚ ਫਿਰਦਾ ਫਿਰੇਂਗਾ, ਭੜਕਦਾ ਜਿੱਦਾਂ ਸੁੰਨੇ ਘਰ ਵਿੱਚ ਕਾਂ ਜਿਹੜਾ ਹੈ ਨਾ, ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਕੁਝ ਰੋਟੀ ਪਾਣੀ ਪਾਉਣ ਵਾਲਾ ਨਹੀਂ, ਉਹ ਬੋਲੀ ਜਾਂਦਾ ਕਾਂ ਕਾਂ, ਉੱਥੇ ਕੋਈ ਰਹਿੰਦਾ ਹੀ ਨਹੀਂ। ਇਸ ਤਰ੍ਹਾਂ ਕਹਿੰਦੇ ਜੂਨਾਂ 'ਚ ਫਿਰੇਗਾ ਜਿਵੇਂ ਸੁੰਨੇ ਘਰ ਦਾ ਕਾਊ। ਸੁੰਨੇ ਘਰ ਦੇ ਵਿੱਚ ਆਉਣ ਵਾਲੀ ਜੂਨ ਜਿਹੜੀ ਹੈ ਸ਼ਾਂਤੀ ਨਹੀਂ, ਕਾਂ ਕਾਂ ਸਾਰਾ ਦਿਨ ਕਲਪਦਾ ਹੀ ਰਹਿੰਦਾ ਹੈ। ਅੱਜ ਵੀ ਆਪਾਂ ਇੱਦਾਂ ਦੀਆਂ ਰੂਹਾਂ ਜਿਹੜੇ ਕਲਪਦੇ ਹੀ ਰਹਿੰਦੇ ਦਿਨੇ ਰਾਤ। ਕਿਤੇ ਆਪਾਂ ਨੇ ਕੋਲੇ ਸਿਮਰਨ ਨਹੀਂ ਹੈਗਾ, ਕਿਤੇ ਨਿਤਨੇਮ ਨਹੀਂ ਹੈਗਾ, ਕੋਈ ਅੰਮ੍ਰਿਤ ਵੇਲਾ ਨਹੀਂ ਹੈਗਾ। ਮੈਂ ਵੀ ਤੁਹਾਨੂੰ ਹੀ ਦੱਸੀ ਜਾਂਦਾ, ਇੱਦਾਂ ਕਰੋ, ਪੱਲੇ ਮੇਰੇ ਵੀ ਕੁਝ ਨਹੀਂ ਹੈਗਾ। ਆਪਾਂ ਸਾਰੇ ਕਲਪਣ ਦਏ ਆ, ਨਿੱਕੇ ਤੋਂ ਵੱਡੇ ਤੱਕ। ਮਾਰੇ ਕਹਿੰਦੇ ਫਿਰ ਅੱਗੇ ਵੀ ਕਲਪੇ ਗਏ, ਸ਼ਾਂਤੀ ਨਹੀਂ ਆਉਣੀ ਤੈਨੂੰ, ਬਹੁਤ ਜੂਨੀ ਭਾਉਂਦਾ ਫਿਰੇ। ਕਈ ਜੂਨਾਂ 'ਚ ਤੂੰ ਜੰਮਣਾ ਮਰਨਾ, ਮਰਨਾ ਜੰਮਣਾ, ਜਿਉਂ ਸੁਣਿਆ ਕਰ ਕਾਓ। ਕਹਿੰਦੇ ਇਸ ਤਰ੍ਹਾਂ ਜਿਸ ਘਰ ਦੇ ਵਿੱਚ ਕਾਂ ਜਾਂਦਾ ਹੈ, ਭਾਵ ਉਸ ਕਾਂ ਦੀ ਤਰ੍ਹਾਂ ਕਲਪੇਗਾ। ਗੁਰਮਤੀ ਘਟ ਚਾਨਣਾ ਸ਼ਬਦ ਮਿਲੈ ਹਰਿ ਨਾਉ। ਕਹਿੰਦੇ ਗੁਰਮਤੀ, ਗੁਰੂ ਦੀ ਮੱਤ ਜਿਹੜੀ ਹੈ ਨਾ, ਉਹਦੇ ਨਾਲ ਚਾਨਣ ਮਿਲਣਾ। ਸ਼ਬਦ ਮਿਲੈ ਹਰਿ ਨਾਉ, ਤੇ ਸ਼ਬਦ ਨੂੰ ਸੁਣਿਆ ਕਰ, ਪੜਿਆ ਕਰ, ਗਾਵਿਆ ਕਰ। ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਕਹਿੰਦੇ ਜਿਹੜੀ ਵਿਖਿਆ ਹੈ ਨਾ ਤ੍ਰੈ ਗੁਣ, ਰਜੋ ਸਤੋ ਤੇ ਤਮੋ, ਤਿੰਨਾਂ ਗੁਣਾਂ ਵਾਲੀ ਜਿਹੜੀ ਮਾਇਆ ਹੈ, ਇਹਨੇ ਚਾਰੇ ਪਾਸੇ ਹਨੇਰਾ ਹੀ ਪਾਇਆ ਹੋਇਆ, ਹਨੇਰਾ ਹੀ ਪਾਇਆ। ਇਹ ਦਿਸਣੀ ਨਹੀਂ ਦਿੰਦੀ ਕੁਝ, ਇਹ ਪਤਾ ਹੀ ਨਹੀਂ ਲੱਗਣ ਦਿੰਦੀ ਵੀ ਕਿੱਥੇ ਬੰਦਾ ਫਿਰਦਾ ਹੈ। ਮਾਇਆ ਮੋਹ ਗੁਬਾਰ, ਹਨੇਰਾ ਹੀ ਹਨੇਰਾ ਦੀਦਾ, ਨਾ ਕੋਈ ਮਾਂ ਪਿਓ ਦੀਦਾ, ਨਾ ਭੈਣ ਭਰਾ ਦੀਦੇ, ਨਾ ਸੱਜਣ ਮਿੱਤਰ, ਨਾ ਗੁਰੂ ਗ੍ਰੰਥ ਸਾਹਿਬ ਹੀ ਦੀਦਾ, ਨਾ ਸੇਵਾ ਹੀ ਦੀਦੀ, ਹਨੇਰੇ 'ਚ ਹੀ ਤੁਰਿਆ ਫਿਰਦਾ ਹੈ। ਲੋਭੀ ਅਨ ਕੋ ਸੇਵੰਦੇ ਪੜ ਵੇਦਾਂ ਕਰੈ ਪੁਕਾਰ। ਮਾਰੇ ਕਹਿੰਦੇ ਲੋਭ ਵਿੱਚ ਗ੍ਰਸੇ ਜਿਹੜੇ ਜੀਵ ਹੈ, ਵੇਦਾਂ ਨੂੰ ਤੇ ਪੜ੍ਹ ਲਿਆ ਉਹਨਾਂ ਨੇ, ਗਿਆਨ ਉਹਨਾਂ ਕੋਲ ਬਹੁਤ ਜ਼ਿਆਦਾ ਹੈ, ਪਰ ਉਹਨਾਂ ਦਾ ਅੰਦਰੋਂ ਪਿਆਰ ਨਹੀਂ ਹੈਗਾ। ਰੋਟੀਆਂ ਕਾਰਨ ਤਾਲ। ਕਹਿੰਦੇ ਆਪਣਾ ਗਿਆਨ ਵੀ ਬਸ ਆਪਣੀ ਰੋਜੀ ਰੋਟੀ ਵਾਸਤੇ ਵਰਤਦਾ ਹੈ, ਅੰਦਰੋਂ ਪ੍ਰੀਤ ਨਹੀਂ ਹੈ। ਭਾਵ ਮਾਇਆ ਕਰਕੇ ਸੇਵਾ ਕਰਦੇ, ਉਸ ਤਰ੍ਹਾਂ ਸੱਚੇ ਦਿਲੋਂ ਸੇਵਾ ਨਹੀਂ ਕਰਦੇ। ਲਿਖਿਆ ਅੰਦਰ ਪਚ ਮੁਏ ਨਾ ਉਰਵਾਰ ਨਾ ਪਾਰ। ਕਹਿੰਦੇ ਵਿਖਿਆ ਰੂਪੀ ਜ਼ਹਿਰ ਦੇ ਵਿੱਚ ਡੁੱਬ ਗਿਆ, ਨਾ ਅਗਲੇ ਬੰਨੇ ਪਹੁੰਚੇ ਤੇ ਨਾ ਉਰਲੇ ਬੰਨੇ, ਵਿੱਚ ਹੀ ਰਹਿ ਗਏ। ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਨਾ ਜਿਹੜਾ ਪਿਓ ਸੀ ਆਪਣਾ, ਜਗਤ ਪਿਤਾ ਪ੍ਰਤਪਾਲ, ਜਿਨੇ ਇਹਨੂੰ ਜਨਮ ਦਿੱਤਾ ਸੀ, ਸਵਾਸ ਦਿੱਤੇ ਹੀ, ਦੁਨੀਆਦਾਰੀ ਦਿਖਾਈ ਸੀ, ਉਹਨੂੰ ਤੇ ਵਿਸਾਰ ਹੀ ਛੱਡਿਆ, ਭੁਲਾ ਹੀ ਦਿੱਤਾ ਹੈ। ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ। ਕਹਿੰਦੇ ਗੁਰੂ ਤੋਂ ਬਿਨਾ ਚੇਤਾ ਹੀ ਨਹੀਂ ਆਉਂਦਾ। ਬਾਝੋ ਗੁਰੂ ਅਚੇਤ ਹੈ, ਗੁਰੂ ਦੀ ਕਿਰਪਾ ਲੈਣੀ ਆ ਤੇ ਚਾਕਰੀ ਸ਼ੁਰੂ ਕਰ ਦੇ। ਜਿੰਨਾ ਚਿਰ ਤੇਰਾ ਗੁਰੂ ਨਹੀਂ ਖੁਸ਼ ਹੁੰਦਾ, ਤੈਨੂੰ ਕੁਝ ਨਹੀਂ ਮਿਲਣਾ ਹੀ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਖ ਸਾਰ। ਨਾਨਕ ਪ੍ਰਕਾਸ਼ ਦੀ ਕਥਾ ਲੰਘ ਗਈ ਹੈ, ਉੱਥੇ ਲਿਖਿਆ ਵੀ ਲਾਲੋ ਦੇ ਘਰ ਮਹਾਰਾਜ ਗਏ, ਸਿੱਖ ਕੀ ਹੁੰਦਾ। ਇਹ ਲਾਲੋ ਕੀ ਸਾਰਾ ਦਿਨ ਕਹਿੰਦੇ ਕਿਰਤ ਕਰਦਾ ਸੀ, ਤੇ ਮਹਾਰਾਜ ਜੰਗਲ ਬੰਨੀ ਚਲ ਜਾਂਦੇ ਸੀ। ਤੇ ਜਦੋਂ ਮਹਾਰਾਜ ਨੇ ਰਾਤ ਨੂੰ ਉਹਦੇ ਗ੍ਰਹਿ ਆਏ ਨਾ, ਤੇ ਸਾਰੀ ਰਾਤ ਮਹਾਰਾਜ ਦੀਆਂ ਲੱਤਾਂ ਘੁੱਟਣੀਆਂ, ਮਹਾਰਾਜ ਦੇ ਚਰਨਾਂ ਤੇ ਪਿਆਰ ਦੇ ਨਾਲ ਸੇਵਾ ਕਰ। ਤੇ ਮਹਾਰਾਜ ਨੇ ਆਖਣਾ ਤੈਨੂੰ ਨੀਂਦ ਨਹੀਂ ਆਉਂਦੀ ਲਾਲੋ, ਹੈ ਤੂੰ ਸਵੇਰ ਦਾ ਥੱਕਿਆ ਤੇ ਸਾਰੀ ਰਾਤ ਵੀ ਇੱਦਾਂ ਹੀ ਕੱਢ ਲੈਣਾ। ਕਹਿੰਦੇ ਪਾਤਸ਼ਾਹ ਚਾਕਰੀ ਕੀ ਹੋਈ, ਸੇਵਾ ਕੀ ਹੋਈ, ਫਿਰ ਪਿਆਰ ਕੀ ਹੋਇਆ। ਇਸ ਕਰਕੇ ਮਹਾਰਾਜ ਸਾਹਿਬ ਮੈਨੂੰ ਮਸਾਂ ਮਸਾਂ ਸੇਵਾ ਮਿਲੀ, ਮੈਨੂੰ ਸੇਵਾ ਕਰਨ ਦਿਓ। ਇਹਨੂੰ ਕਹਿੰਦੇ ਸੇਵਕ। ਸੇਵਕ ਬਣਨਾ ਔਖਾ, ਇਹਦੇ ਹੁਕਮ ਹੀ ਚਲਾਉਂਦੇ ਸਾਰੇ। ਆਖੋ ਸਤਨਾਮ ਸ੍ਰੀ। ਸਾਰੀ ਰਾਤ ਸੇਵਾ ਕਰਨੀ ਲਾਲੋ ਨੇ, ਇੰਨਾ ਪਿਆਰ। ਤੇ ਦਿਨੇ ਕਿਰਤ ਕਰਨੀ ਕਿ ਉਹਨੂੰ ਨੀਂਦ ਨਹੀਂ ਸੀ ਆਉਂਦੀ, ਉਹਦਾ ਸਰੀਰ ਨਹੀਂ ਸੀ ਥੱਕਦਾ। ਉਹ ਵੀ ਆਪਣੇ ਵਰਗਾ ਸੀ, ਪਰ ਉਹਨੂੰ ਸੱਚਾ ਪਿਆਰ ਸੀ। ਆਪਣੀ ਨੀਤ ਮਾੜੀ, ਆਪਾਂ ਸਰੀਰ ਨੂੰ ਪਿਆਰ ਕਰਦੇ, ਮੇਰਾ ਸਰੀਰ ਸੌਖਾ ਰਵੇ, ਮੈਂ ਆਪਣੇ ਆਪ ਨੂੰ ਸੁੱਖ ਰੱਖਾਂ, ਗੁਰੂ ਜਾਂਦਾ ਤਾਂ ਜਾਵੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਲਾਲੋ ਤੇਰੀ ਸੇਵਾ ਧੰਨ ਹੈ, ਤੂੰ ਸੌਂ ਜਿਆ ਕਰ,
ਤੂੰ ਤਾਂ ਸਾਰਾ ਦਿਨ ਦਾ ਥੱਕਿਆ ਹੋਣਾ ਤੇ ਰਾਤ ਵੀ ਨਹੀਂ ਸੌਂਦਾ। ਕਹਿੰਦੇ ਮਹਾਰਾਜ ਇੱਕ ਦਿਨ ਸੌ ਹੀ ਜਾਣਾ, ਮੁੜ ਕੇ ਕਿਸੇ ਨੇ ਕਿਹੜਾ ਠਾਉਣਾ ਹੈ। ਆਖੋ ਸਤਿਨਾਮ ਵਾਹਿਗੁਰੂ। ਅੱਜ ਮੌਕਾ ਹੈਗਾ ਜਾਗਣ ਦਾ, ਜਾਗ ਲੈਣ ਦੇ। ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸੰਭਾਲ। ਕਹਿੰਦੇ ਨਾਨਕ ਗੁਰਮਤਿ ਉਬਰੇ, ਕਹਿੰਦੇ ਗੁਰੂ ਦੀ ਕਿਰਪਾ ਨਾਲ ਉਹ ਹੀ ਬਚਦੇ ਐ। ਸੱਚਾ ਨਾਮ ਸੰਭਾਲ, ਜਿਨ੍ਹਾਂ ਦੇ ਕੋਲੇ ਪਰਮੇਸ਼ਰ ਦਾ ਨਾਮ ਆ, ਪਰਮੇਸ਼ਰ ਦੀ ਦਿੱਤੀ ਹੋਈ ਪੂੰਜੀ ਆ। ਜੇਬ ਭਾਰੀ ਹੈ ਤੇ ਸਾਰੀ ਸੰਸਾਰੀ ਹੈ, ਜੇਬ ਖਾਲੀ ਹੈ ਤੇ ਸਾਰੇ ਤੇਰੇ ਕੋਲੋਂ ਭੱਜ ਗਏ, ਤੇਰਾ ਕੋਈ ਨਹੀਂ ਵਾਲੀ ਹੈ। ਗੱਲ ਸਭ ਪੂੰਜੀ ਦੀ ਹੈ, ਪੂੰਜੀ ਹੈਗੀ ਤੇ ਸਾਰੇ ਲਾਗੇ ਹੈ। ਇਸੇ ਤਰ੍ਹਾਂ ਨਾਮ, ਸੇਵਾ, ਬੰਦਗੀ, ਪਿਆਰ ਜਿਹੜੀਆਂ ਰੂਹਾਂ ਨੇ ਸੰਭਾਲ ਕੇ ਰੱਖਿਆ ਹੈ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸੇਵਾ ਸਿਮਰਨ ਅੰਮ੍ਰਿਤ ਵੇਲਾ ਸੰਭਾਲ ਤੇ ਗੁਰੂ ਤੈਨੂੰ ਸੰਭਾਲ ਲਵੇਗਾ। ਸੋ ਬਹੁਤ ਬਹੁਤ ਧੰਨਵਾਦ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ। ਬੱਚੇ ਆ, ਸੰਗਤ ਦੀ ਅਰਦਾਸ ਕਰਿਆ ਕਰੋ, ਮਹਾਰਾਜ ਵੱਡੇ ਦੀਆਂ ਵਡਿਆਈਆਂ ਛੋਟੇ ਨਹੀਂ ਕਰ ਸਕਦੇ, ਪੂਰੇ ਦੀ ਕਥਾ ਅਧੂਰੇ ਨਹੀਂ ਕਰ ਸਕਦੇ। ਸਤਿਗੁਰੂ ਬੱਚੇ ਆ ਤੇਰੇ, ਬੱਚੇ ਸਮਝ ਕੇ ਮਾਫ ਕਰ ਦਿਓ। ਜਿੰਨੀ ਕੁ ਬੁੱਧ ਦਿੱਤੀ ਉਨੀ ਬੁੱਧੀ ਅਨੁਸਾਰ ਆਪ ਜੀ ਦੀ ਸਿਫਤ ਕੀਤੀ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ।
ਇਸ਼ਨਾਨ ਚੌਕੀਆਂ ਚੁੱਲੇ ਹੋਗੇ ਜੁਗੋ ਜੁਗ ਅਟਲ ਤੁਮ ਕਾ ਜੈ ਕਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਨ ਉੱਚੀ ਮਨ ਵੱਡ ਕੇ ਰੱਖਿਆ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਬਖਸ਼ ਦੇ। ਸਦਾ ਸਹਾਈ ਦਾ ਕਾਰਜੇ ਉਸ ਦੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਹੋਰ ਥਾਵਾਂ ਦੇ। ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟ। ਨਿਆਸਰਿਆਂ ਦੇ ਆਸਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤਖਤਾ ਪਰ ਸੋ ਭਾਈ ਮਾਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਕਮਲਾਂ ਪਾਸ। ਅਰਦਾਸ ਬੇਨਤੀ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਲੜੀਵਾਰ ਕਥਾ ਵਿਚਾਰਾ ਹੋਈਆਂ ਭੁੱਲ ਚੁੱਕ ਮੁਆਫ ਕਰਨੀ। ਸਰਬੱਤੇ ਕਾਰਜ ਰਾਸ ਕਰਨੀ। ਆਪ ਜੀ ਦੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਪ ਜੀ ਦੇ ਚਰਨ ਪਰਸੇ। ਆਪ ਜੀ ਨੇ ਮਿਹਰ ਕਰਨੀ ਜਿਨ੍ਹਾਂ ਜਿਨ੍ਹਾਂ ਮਨੋਭਾਵਨਾ ਨੂੰ ਲੈ ਕਰਕੇ ਆਪ ਜੀ ਦੇ ਚਰਨ ਪਰਸੇ ਗਏ। ਆਪ ਜੀ ਨੇ ਮਿਹਰ ਕਰਨੀ ਸੁਖ ਮਨੋਭਾਵਨਾ ਸੰਪੂਰਨ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਮੁੱਖ ਉਜੜੇ ਕਰਨੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਘਰ ਪਰਿਵਾਰ ਜੀਆਂ ਦੇ ਤੇ ਮਿਹਰ ਭਰਿਆ ਹੱਥ ਰੱਖਣਾ। ਦੁੱਖਾਂ ਵਿਘਨਾਂ ਕਲੇਸ਼ਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਭੈ ਭਾਵਨੀ ਵਾਲਾ ਜੀਵਨ ਬਖਸ਼ਿਸ਼ ਕਰਨਾ। ਸੇਵਾ ਘਰ ਖਾਏ ਪਾਣੀ ਸੱਚੇ ਪਾਤਸ਼ਾਹ ਜੀ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਦੇ ਹਜ਼ੂਰ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗਾ। ਜਿਹੜਾ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰਕੇ। ਮਿਹਰ ਕਰੋ ਅਸੀਸ ਦੇ ਬਚਨ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਹੀ ਵਨ ਹੋਵਣ ਨਾਨਕ ਨਾਮ ਲੜਦੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਭਈ ਅਕਾਲ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਬਿਨ ਭੋਜ ਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸਭ ਮਿਲਣਗੇ। ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ। ਜੋ ਸਰਦਾ ਕਰ ਸੇਵਦੇ। ਗੁਰੂ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋਕ ਬੰਧਨ ਲਗਵਾਰ ਸਰਬ ਕਲਾ ਸੰਗਤ ਦੋਲਣ ਕੇ ਆਖੋ ਪ੍ਰਭੂ ਨਾਨਕ ਦੇ ਕਰ। ਹੋ ਆਇਆ ਦੁਰੋਂ ਚਲ ਹੈ ਮੈਂ ਤਕੀ ਤੋ ਸੁਨਾਈ ਜੀਉ। ਮੈਂ ਆਸਾ ਰੱਖੀ ਮੇਰਾ ਸਭੋ ਦੁਖ ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਹਿੰਦੂ ਤੁਰਕ ਕਹਾਂ ਤੇ ਆਏ ਤੇਰੇ ਰਾਹ ਚਲਾਈ। ਦਿਲ ਮੈਂ ਸੋਚ ਵਿਚਾਰ ਕਵਾਦੇ ਭਿਸਤ ਦੋਜਕ ਕਿਨ ਪਾਈ। ਕਾਜੀ ਤੈ ਕਵਨ ਕਦੇ ਬਖਾਨੀ ਪੜਤ ਗੁਣਤ ਐਸੇ ਸਭ ਮਾਰੇ। ਇਨਹੁ ਖਬਰ ਨ ਜਾਨੀ ਰਹਾਉ
ਭਗਤ ਸਨੇ ਕਰ ਸੁਨਤ ਕਰੀਐ, ਮੈਂ ਨਾ ਬਦੋਗਾ ਭਾਈ। ਜੋਰੇ ਖੁਦਾਇ ਹੋਏ ਤੁਰਕ ਕਰੇਗਾ, ਆਪਣ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਐ। ਅਰਧ ਸਰੀਰੀ ਨਾਰ ਨ ਛੋਟੈ, ਤਾਤੇ ਹਿੰਦੂ ਹੀ ਰਹੀਐ। ਛਾੜ ਦੇਵ ਰਾਮ ਭਜ ਗੋਰੇ, ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਗਰੀ ਦੇਵ ਨਾਮ ਕੀ, ਤੁਰਕ ਰਹੇ ਪਚਹਾਰੀ। ਛਾੜ ਦੇਵ ਰਾਮ ਭਜ ਗੋਰੇ, ਜ਼ੁਲਮ ਕਰਤ ਹੈ ਭਾਰੀ। ਕਬੀਰੈ ਪਗਰੀ ਦੇਵ ਰਾਮ ਕੀ, ਤੁਰਕ ਰਹੇ ਪਚਹਾਰੀ। ਵਾਹਿਗੁਰੂ ਜੀ ਕਾ ਸਤਿਨਾਮ। ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਤਿਨਾਮ।